हाँ जी, जितों शुरू कर रहे हैं वो हैगा अपने कोल बाइसिंग ऑफ पीएन जंक्शन। बाइसिंग ऑफ पीएन जंक्शन का मतलब ਅਸੀਂ ਦੱਸਿਆ ਕਿ ਵੀ ਤੁਸੀਂ ਆਪਣੇ ਗਿਵਨ ਪੀਐਨ ਸੈਮੀਕੰਡਕਟਰ ਡਾਇਓਡ ਨੂੰ ਬੈਟਰੀ ਨਾਲ ਅਟੈਚ ਕਰਨਾ। ਬੈਟਰੀ ਨਾਲ ਅਟੈਚ ਕਰਨ ਦਾ ਜਿਹੜਾ ਪ੍ਰੋਸੈਸ ਆ ਉਹਨੂੰ ਅਸੀਂ ਕਹਿੰਦੇ ਬਾਈਸਿੰਗ। ਉਹ ਕਹਿੰਦਾ ਜੀ ਬਾਈਸਿੰਗ ਦੋ ਤਰ੍ਹਾਂ ਦੀ ਆ, ਇੱਕ ਫਾਰਵਰਡ ਬਾਈਸਿੰਗ, ਇੱਕ ਰਿਵਰਸ ਬਾਈਸਿੰਗ। ਉਹ ਡਿਪੈਂਡ ਕਰੇਗਾ ਕਿ ਤੁਹਾਡੇ ਕੋਲ ਜਿਹੜਾ ਵਾ ਪੀ ਟਾਈਪ ਸੈਮੀਕੰਡਕਟਰ ਨੂੰ ਤੁਸੀਂ ਹਾਈ ਪੋਟੈਂਸ਼ੀਅਲ ਪਲੇਟ ਨਾਲ ਜੋੜਦੇ ਤੇ ਐਨ ਨੂੰ ਲੋ ਨਾ, ਕਿ ਇਹਦੇ ਤੋਂ ਰਿਵਰਸ ਜੋੜਦੇ। ਜੇ ਪੀ ਨੂੰ ਹਾਈ ਪੋਟੈਂਸ਼ੀਅਲ ਤੇ ਐਨ ਨੂੰ ਲੋ ਪੋਟੈਂਸ਼ੀਅਲ ਪਲੇਟ ਨਾਲ ਅਟੈਚ ਕਰਾਂ ਤੇ ਡਾਇਓਡ ਫਾਰਵਰਡ ਬਾਇਸ ਆ। ਜੇ ਪੀ ਟਾਈਪ ਸੈਮੀਕੰਡਕਟਰ ਨੂੰ ਲੋ ਪੋਟੈਂਸ਼ੀਅਲ ਤੇ ਐਨ ਟਾਈਪ ਸੈਮੀਕੰਡਕਟਰ ਨੂੰ ਹਾਈ ਪੋਟੈਂਸ਼ੀਅਲ ਤੇ ਅਟੈਚ ਕਰਾਂ ਤੇ ਇਹ ਡਾਇਓਡ ਮੇਰਾ ਰਿਵਰਸ ਬਾਇਸ ਆ। ਜਦੋਂ ਡਾਇਓਡ ਨੂੰ ਫਾਰਵਰਡ ਜਾਂ ਰਿਵਰਸ ਬਾਇਸ ਕਰਦੇ ਆ ਅਸੀਂ ਇਹ ਚ ਦੋ ਡਿਵਾਈਸਿਸ ਲਗਾ ਦਿੰਦੇ, ਠੀਕ ਆ। ਇੱਕ ਇਹਦੇ ਮੈਂ ਐਸਐਚ ਕੀ ਕਰਾਂ, ਇਸ ਡਾਇਓਡ ਦੇ ਦੋ ਟਰਮੀਨਲ ਦੇ ਅਕ੍ਰੋਸ ਤੁਸੀਂ ਇੱਕ ਵੋਲਟ ਮੀਟਰ ਲਾ ਦਿਓ ਵੋਲਟੇਜ ਮੇਜਰ ਕਰਨ ਲਈ, ਇੱਕ ਐਮ ਮੀਟਰ ਲਾ ਦਿਓ ਕਰੰਟ ਮੇਜਰ ਕਰਨ ਲਈ, ਤੇ ਇੱਕ ਆ ਜਿਹੜੀ ਬੈਟਰੀ ਲਾਈ ਆ ਇਹਦੇ ਤੇ ਅਸੀਂ ਐਰੋ ਹੈਡ ਪਾਉਣ ਦਾ ਮਤਲਬ ਆ ਵੇਰੀਏਬਲ ਪੋਟੈਂਸ਼ੀਅਲ ਦਾ ਸੋਰਸ ਲੈ ਲਈ, ਠੀਕ ਆ। ਹੁਣ ਜਦੋਂ ਵੇਰੀਏਬਲ ਪੋਟੈਂਸ਼ੀਅਲ ਦਾ ਸੋਰਸ ਜਿਹੜਾ ਇਸ ਡਾਇਓਡ ਦੇ ਅਕ੍ਰੋਸ ਅਟੈਚ ਕਰਾਂਗੇ ਤੇ ਇਹ ਤੋਂ ਜਿੱਦਾਂ ਜਿੱਦਾਂ ਵੋਲਟੇਜ ਚੇਂਜ ਕਰੂੰਗੇ ਸਰਕਟ ਦੇ ਵਿੱਚ ਫਲੋ ਕਰਨ ਵਾਲਾ ਕਰੰਟ ਤੇ ਵੋਲਟੇਜ ਚੇਂਜ ਹੋਏਗੀ। ਅਸੀਂ ਉਹਦੀਆਂ ਡਿਫਰੈਂਟ ਵੋਲਟੇਜ ਦੀਆਂ ਤੇ ਡਿਫਰੈਂਟ ਕਰੰਟ ਦੀਆਂ ਰੀਡਿੰਗ ਲੈ ਕੇ ਜੇ ਗ੍ਰਾਫ ਪਲਾਟ ਕਰੀਏ ਤੇ ਉਸ ਗ੍ਰਾਫ ਨੂੰ ਅਸੀਂ ਫਾਰਵਰਡ ਕਰੈਕਟਰਿਸਟਿਕ ਜਾਂ ਰਿਵਰਸ ਕਰੈਕਟਰਿਸਟਿਕ ਕਹਿੰਦੇ ਆ। ਕਿਆ ਇੰਨੀ ਗੱਲ ਸਮਝ ਲੱਗੀ? ਯੈਸ ਸਰ। ਯੈਸ। ਹੁਣ ਜਦੋਂ ਇਸੇ ਚੀਜ਼ ਨੂੰ ਕੰਟੀਨਿਊ ਕਰ ਰਹੇ ਹਾਂ ਜੀ, ਤੁਹਾਡੇ ਕੋਲ ਆਪਣਾ ਟੌਪਿਕ ਦਾ ਨਾਮ ਹੈਗਾ ਫਾਰਵਰਡ ਬਾਇਸਿੰਗ ਆਫ ਜੰਕਸ਼ਨ। ਆਪਾਂ ਦੋ ਟੌਪਿਕ ਇਕੱਠੇ ਚਲਾਵਾਂਗੇ, ਫਾਰਵਰਡ ਬਾਇਸਿੰਗ ਆਫ ਜੰਕਸ਼ਨ ਤੇ ਇਹਦੇ ਨਾਲ ਹੀ ਟੌਪਿਕ ਪੜਾਂਗੇ ਫਾਰਵਰਡ ਕਰੈਕਟਰਿਸਟਿਕ। ਬੁੱਕ ਦੇ ਅੰਦਰੋਂ ਜਦੋਂ ਦੇਖੋਗੇ, ਜੇ ਤੁਹਾਡੇ ਕੋਲ ਬੁੱਕ ਹੈਗੀ ਆ ਤਾਂ ਉਹ ਚ ਨਿਗਾਹ ਮਾਰੋ, ਪਹਿਲਾਂ ਫਾਰਵਰਡ ਬਾਇਸਿੰਗ ਐਕਸਪਲੇਨ ਆ, ਫਿਰ ਰਿਵਰਸ ਬਾਇਸਿੰਗ ਆ, ਫਿਰ ਫਾਰਵਰਡ ਕਰੈਕਟਰਿਸਟਿਕ ਆ। ਅਸੀਂ ਇਹ ਦੋਨੋਂ ਚੀਜ਼ਾਂ ਨਾਲੋਂ ਨਾਲ ਕਰ ਲੈਣੀਆਂ। ਫਾਰਵਰਡ ਬਾਇਸਿੰਗ ਆਫ ਪੀਐਨ ਜੰਕਸ਼ਨ ਪਹਿਲਾਂ ਵੀ ਕਿਹਾ ਸੀ, ਫਿਰ ਰਿਪੀਟ ਕਰ ਰਿਹਾ। ਆ ਜਿਹੜਾ ਸਰਕਟ ਬਣਾਇਆ ਵਾ ਇਹਨਾਂ ਵਰਕਿੰਗ ਨਹੀਂ ਐਕਸਪਲੇਨ ਹੁੰਦੀ, ਇਹ ਜਰਨਲ ਉਹਦੀ ਇੱਕ ਸਰਕਟ ਡਾਇਗਰਾਮ ਆ ਫਾਰਵਰਡ ਬਾਇਸਿੰਗ ਜਾਂ ਰਿਵਰਸ ਬਾਇਸਿੰਗ ਦੀ। ਸਰਕਟ ਡਾਇਗਰਾਮ ਦੀ ਜਗ੍ਹਾ ਤੇ ਜਦੋਂ ਵਰਕਿੰਗ ਐਕਸਪਲੇਨ ਕਰਨੀ ਆ ਤਾਂ ਜਿੱਦਾਂ ਕੱਲ ਆਪਾਂ ਆ ਇੱਕ ਰੈਕਟੈਂਗਲ ਬਣਾ ਕੇ ਆ ਫਿਗਰ ਨਾਲ ਵਰਕਿੰਗ ਐਕਸਪਲੇਨ ਕਰਦੇ ਸੀਗੇ ਇਹਦੀ, ਹਨਾ, ਇਦਾਂ ਦੀ ਹੀ ਫਿਰ ਦੁਬਾਰਾ ਫਿਗਰ ਬਣੇਗੀ। ਆਪਾਂ ਇੱਥੋਂ ਸ਼ੁਰੂ ਕਰ ਰਹੇ ਕਿ ਜਿਹੜਾ ਡਾਇਓਡ ਤੁਹਾਡੇ ਕੋਲ ਇਕੁਇਲਿਬਰੀਅਮ ਸਟੇਜ ਦੇ ਵਿੱਚ ਪਿਆ ਵਾ, ਜਿਹਦੀ ਤੁਸੀਂ ਐਸਐਚ ਫਾਰਵਰਡ ਜਾਂ ਰਿਵਰਸ ਬਾਇਸਿੰਗ ਕੁਝ ਵੀ ਹੁਣ ਕਰਨੀ ਆ, ਉਹ ਚਾ ਮੇਰੇ ਕੋਲ ਐਸਐਚ ਅਸੀਂ ਸ਼ੋ ਕਰ ਦਿੰਨੇ ਕਿ ਵੀ ਮੇਰੇ ਕੋਲ ਪੀਐਨ ਜੰਕਸ਼ਨ ਆ ਗਿਆ, ਪੀ ਟਾਈਪ ਤੇ ਐਨ ਟਾਈਪ ਸੈਮੀਕੰਡਕਟਰ ਆ ਗਏ, ਠੀਕ ਹੈ। ਪੀ ਟਾਈਪ ਚ ਅਸੀਂ ਕਿਹਾ ਸੀ ਮੈਜੋਰਿਟੀ ਕੈਰੀਅਰ ਹੋਲਸ ਨੇ ਤੇ ਮਾਈਨੋਰਿਟੀ ਕੈਰੀਅਰ ਇਲੈਕਟ੍ਰੋਨਸ ਨੇ। ਦੂਜੇ ਪਾਸੇ ਇਹ ਚ ਅਸੀਂ ਕਿਹਾ ਸੀ ਇੱਕ ਸਪੇਸ ਚਾਰਜ ਰੀਜਨ ਜਿਹਨੂੰ ਡਿਪਲੀਸ਼ਨ ਲੇਅਰ ਕਹਿੰਦੇ ਆ ਉਹ ਕ੍ਰੀਏਟ ਹੋ ਜਾਂਦੀ, ਔਰ ਇਹਦੇ ਵਾਲੇ ਪਾਸੇ ਆਪਣੇ ਕੋਲ ਐਨ ਟਾਈਪ ਚ ਮੈਜੋਰਿਟੀ ਕੈਰੀਅਰ ਇਲੈਕਟ੍ਰੋਨ ਸੀਗੇ ਤੇ ਮਾਈਨੋਰਿਟੀ ਕੈਰੀਅਰ ਇਹ ਚ ਹੋਲ ਸੀਗੇ। ਤੇ ਆਪਾਂ ਵਰਡ ਲਿੱਤੇ ਸੀ ਇੱਥੇ ਹਰ ਇੱਕ ਇਲੈਕਟ੍ਰੋਨ ਦੇ ਇਸ ਰੀਜਨ ਚ ਕ੍ਰਾਸ ਕਰਨ ਤੋਂ ਬਾਅਦ ਇੱਥੇ ਇਮੋਬਾਈਲ ਡੋਨਰ ਆਇਨ, ਇੱਥੇ ਇਮੋਬਾਈਲ ਅਸੈਪਟਰ ਆਇਨ, ਯਾਨੀ ਇੱਕ ਨੈਗੇਟਿਵ ਤੇ ਇੱਕ ਪੋਜ਼ਿਟਿਵ ਲੇਅਰ ਬਿਲਟ ਅਪ ਹੋ ਜਾਂਦੀ, ਔਰ ਇਹ ਤੁਹਾਡੇ ਕੋਲ ਐਸਐਚ ਕੈਰੀਅਰ ਦੀ ਫਰਦਰ ਮੂਵਮੈਂਟ ਨੂੰ ਅਪੋਜ਼ ਕਰਦੀ ਆ। ਤੇ ਆਪਾਂ ਵਰਡ ਯੂਜ਼ ਕੀਤੇ ਸੀ ਇੱਕ ਤਰ੍ਹਾਂ ਇੱਥੇ ਇੱਕ ਫਿਕਟੀਸ਼ੀਅਸ ਬੈਟਰੀ ਕ੍ਰੀਏਟ ਹੋ ਗਈ ਆ ਪੀਐਨ ਡਿਵਾਈਸ ਦੇ ਅੰਦਰ, ਠੀਕ ਹੈ ਜੀ। ਇੱਕ ਫਿਕਟੀਸ਼ੀਅਸ ਬੈਟਰੀ ਕ੍ਰੀਏਟ ਹੋ ਗਈ ਜਿਹੜੀ ਐਸਐਚ ਆਉਣ ਵਾਲੇ ਹਰ ਕੈਰੀਅਰ ਦੀ એનર્ਜੀ ਪਹਿਲਾਂ ਚੈੱਕ ਕਰਦੀ ਆ ਕਿ ਵੀ ਕਿਆ ਇਸ ਇਲੈਕਟ੍ਰੋਨ ਕੋਲ ਇਸ ਬੈਰੀਅਰ ਨੂੰ, ਜਿਹੜਾ ਕਿ ਆਪਾਂ ਇਦਾਂ ਸ਼ੋ ਆਫ ਕਰ ਦਿੰਨੇ ਸਿੰਬੋਲਿਕਲੀ ਕਿ ਵੀ ਆਪਣੇ ਕੋਲ ਆ ਇੱਕ ਬੈਰੀਅਰ ਬਣ ਗਿਆ, ਇਸ ਬੈਰੀਅਰ ਨੂੰ ਕ੍ਰਾਸ ਕਰਨ ਵਾਸਤੇ ਬੈਰੀਅਰ ਆ ਗਿਆ 20 ਵੋਲਟ ਦਾ, ਇਹਦੀ ਵੈਲਿਊ ਬੋਲੀ ਸੀ ਜੇ ਜਰਮੇਨੀਅਮ ਆ ਤੇ 0.3 ਇਲੈਕਟ੍ਰੋਨ ਵੋਲਟ ਦਾ ਬੈਰੀਅਰ ਆ, ਤੇ ਜੇ ਸਿਲੀਕਨ ਆ ਤੇ 0.7 ਇਲੈਕਟ੍ਰੋਨ ਵੋਲਟ ਦਾ ਬੈਰੀਅਰ। ਤੇ ਇਹਦੇ ਵਿੱਚ ਕਿਸੇ ਵੀ ਇਲੈਕਟ੍ਰੋਨ ਜਾਂ ਹੋਲ ਨੂੰ, ਠੀਕ ਹੈ ਜੀ, ਜੇ ਇਸ ਬੈਰੀਅਰ ਨੂੰ ਟੱਪਣਾ ਉਹਨੇ ਜੰਪ ਕਰਨਾ ਉਹਨੇ, ਇਧਰੋਂ ਐਨ ਟਾਈਪ ਚੋਂ ਇਲੈਕਟ੍ਰੋਨ ਨੇ ਤੇ ਪੀ ਟਾਈਪ ਚੋਂ ਹੋਲ ਨੇ, ਤੇ ਉਹਦੇ ਕੋਲ ਇਸ ਬੈਰੀਅਰ ਨੂੰ ਕ੍ਰਾਸ ਕਰਨ ਜਿੰਨੀ ਜੇ એનર્ਜੀ ਹੋਏਗੀ ਤੇ ਓਨਲੀ ਦੈਨ ਉਹ ਬੈਰੀਅਰ ਕ੍ਰਾਸ ਕਰੇਗਾ, ਅਦਰਵਾਈਜ਼ ਕਹਿੰਦਾ ਜੀ ਕੈਰੀਅਰ ਦਾ ਫਲੋ ਬੰਦ ਹੋ ਜਾਏਗਾ। ਇਨਾ ਕਲੀਅਰ?
Yes, sir. Yes, sir. ਹੁਣ ਇਤੋਂ ਅੱਗੇ ਗੱਲ ਸ਼ੁਰੂ ਕਰਨ ਲੱਗੇ ਆਪਾਂ, ਇਹ ਤਾਂ ਕੱਲ ਵਾਲੀ ਤੱਕ ਦੀ ਗੱਲ ਹੈਗੀ ਆ ਕਿ ਜੇ ਹੁਣ ਮੈਂ ਇਹਨੂੰ ਇੱਕ ਬੈਟਰੀ ਨਾਲ ਅਟੈਚ ਕਰਨਾ ਔਰ ਅਸੀਂ ਫਾਰਵਰਡ ਬਾਇਸਿੰਗ ਕਹਿ ਰਹੇ, ਫਾਰਵਰਡ ਬਾਇਸਿੰਗ ਦਾ ਮਤਲਬ ਆ ਪੀ ਟਾਈਪ ਸੈਮੀ ਕੰਡਕਟਰ ਨੂੰ ਜੋੜ ਦੋ ਹਾਈ ਪੋਟੈਂਸ਼ੀਅਲ ਯਾਨੀ ਪੋਜ਼ਿਟਿਵ ਪਲੇਟ ਨਾਲ, ਔਰ ਐਨ ਟਾਈਪ ਲੀਡ ਨੂੰ ਜੋੜ ਦੋ ਤੁਸੀਂ ਜਿਹੜਾ ਨੈਗੇਟਿਵ ਪਲੇਟ ਦੇ ਨਾਲ, ਠੀਕ ਹੈ। ਔਰ ਇਹਦੇ ਅਕ੍ਰੋਸ ਜੇ ਮੈਂ ਵੋਲਟੇਜ ਮੇਜਰ ਕਰਨੀ, ਠੀਕ ਹੈ, ਤੇ ਜੇ ਮੈਂ ਕਰੰਟ ਮੇਜਰ ਕਰਨਾ ਤੇ ਐਮ ਮੀਟਰ ਤੇ ਵੋਲਟ ਮੀਟਰ ਲਾ ਦਾਂਗੇ। ਇਹ ਧਿਆਨ ਰੱਖਿਓ, ਜਿਹੜਾ ਐਮ ਮੀਟਰ ਲੱਗਦਾ ਉਹ ਮਿਲੀ ਐਮ ਮੀਟਰ ਆ, ਮਤਲਬ ਇਹਦੇ ਵਿੱਚ ਡਿਵਾਈਸ 'ਚ ਕਰੰਟ ਦੀ ਸਟਰੈਂਥ ਵੀਕ ਹੁੰਦੀ ਆ, ਠੀਕ ਹੈ। ਤੁਹਾਡੇ ਰਿਮੋਟ ਦਾ ਜਿਹੜਾ ਐਸਐਚਓ ਐਲਈਡੀ ਆ ਉਹਦੇ 'ਚ ਲੱਗੀ ਹੋਈ ਨਿੱਕੀ ਜੀ, ਠੀਕ ਹੈ, ਜਦੋਂ ਤੁਸੀਂ ਕੋਈ ਬਟਨ ਪ੍ਰੈਸ ਕਰਦੇ ਹੋ, ਠੀਕ ਆ, ਤੇ ਉਸ ਵੇਲੇ ਜਿਹੜੀ ਉਹਨੂੰ ਬਟਨ ਪ੍ਰੈਸ ਕਰਨ ਤੇ ਸੈੱਲਾਂ ਤੋਂ ਸਪਲਾਈ ਜਾਂਦੀ ਕਰੰਟ ਦੀ, ਉਹ ਕਰੰਟ ਮਿਲੀ ਐਂਪੀਅਰ ਦੀ ਰੇਂਜ 'ਚ ਆ, ਯਾਨੀ ਸਮਾਲ ਕਰੰਟ ਵਾ, ਠੀਕ ਹੈ। ਇਸ ਲਈ ਇੱਥੇ ਜਿਹੜਾ ਮੀਟਰ ਆ ਉਹ ਐਮ ਮੀਟਰ ਨਹੀਂ ਹੋ ਕੇ ਉਹ ਮਿਲੀ ਐਮ ਮੀਟਰ ਹੋਏਗਾ। ਕਲੀਅਰ ਹੈ ਨਹੀਂ ਗੱਲ? Yes, sir. Yes, sir. ਹੁਣ ਇਹਦੇ ਅੰਦਰ ਅਸੀਂ ਇਹ ਕਹਿੰਦੇ ਪਏ ਇੱਕ VB ਵੋਲਟ ਦੀ ਬੈਟਰੀ ਜਿਹੜੀ ਆ ਉਹ ਆਰਟੀਫੀਸ਼ੀਅਲ ਬੈਟਰੀ ਇੱਕ ਤਰ੍ਹਾਂ ਕ੍ਰੀਏਟ ਹੋਈ ਆ, ਜਿਹੜੀ ਕੈਰੀਅਰ ਦੇ ਐਸ ਸੱਚ ਕਹਿੰਦਾ ਜੀ ਮੋਸ਼ਨ ਨੂੰ ਚੈੱਕ ਕਰਦੀ ਪਈ ਆ। ਅਸੀਂ ਬਾਹਰੋਂ ਇੱਕ ਬੈਟਰੀ ਲਾਈ, ਠੀਕ ਹੈ ਜੀ, ਇਹ ਅਸੀਂ ਲਾਤੀ 20 ਵੋਲਟ ਦੀ, ਠੀਕ ਹੈ। ਇਸ ਵੇਲੇ ਮੰਨ ਲਓ ਜਿਹੜਾ ਇੱਥੇ ਬੈਰੀਅਰ ਆ ਇਹ ਸਿਲੀਕਨ ਦਾ ਕੇਸ ਲੈ ਲਿਆ, ਤੇ ਬੈਰੀਅਰ ਦੀ ਵੋਲਟੇਜ ਜਿਹੜੀ ਆ, ਜਿਹੜੀ ਆ ਫਿਕਟੀਸ਼ੀਅਸ ਬੈਟਰੀ ਜਿਹੜੀ ਆ ਇਹ 0.7 ਵੋਲਟ ਦੀ ਆ, ਤੇ ਤੁਸੀਂ ਇੱਥੋਂ ਜਿਹੜੀ ਸਪਲਾਈ ਦੇਣ ਲੱਗੇ ਇਹ 0.1 ਵੋਲਟ ਦੀ ਆ। ਹੁਣ ਗੱਲ ਸਮਝਿਓ ਧਿਆਨ, ਤੁਸੀਂ ਇੱਥੋਂ ਜਿਹੜੀ ਬੈਟਰੀ ਤੋਂ ਸਪਲਾਈ ਦੇ ਰਹੇ, ਇਹ ਵੇਰੀਏਬਲ ਸੋਰਸ ਆ ਮੇਰਾ, ਤੇ ਇਸ ਵੇਲੇ ਇੱਥੋਂ ਸਪਲਾਈ ਅਸੀਂ 0.1 ਵੋਲਟ ਦੀ ਦੇਣ ਲੱਗੇ ਆ। ਕੀ ਹੋਇਆ, ਇਹਦੇ ਵਿੱਚ ਇੱਕ ਇਲੈਕਟ੍ਰੋਨ ਸੀਗਾ, ਜਸਟ ਇਹ ਸਮਝਾਉਣ ਲਈ ਸਾਰੇ ਵਰਡ ਆ, ਤੁਹਾਨੂੰ ਸਮਝ ਲੱਗ ਜਾਵੇ, ਠੀਕ ਹੈ ਜੀ। ਆ ਮੇਰੇ ਕੋਲ ਐਂਡ ਜਿਹੜਾ ਵਾ ਪੀ ਟਾਈਪ ਵਾਲਾ ਪਾਸਾ ਇਹ ਪੋਜ਼ਿਟਿਵ ਪੋਟੈਂਸ਼ੀਅਲ ਤੇ ਆ ਗਿਆ, ਆ ਨੈਗੇਟਿਵ ਤੇ ਆ ਗਿਆ। ਇਹਨੇ ਬੈਟਰੀ ਨੇ ਆ ਕੇ ਕਰਨਾ ਕੀ ਆ ਉਹ ਗੱਲ ਸਮਝਿਓ। ਅਸੀਂ ਕਹਿ ਰਹੇ ਕਿ ਵੀ ਇਹਦੇ ਅੰਦਰ ਮੰਨ ਲਓ ਐਨ ਟਾਈਪ 'ਚ ਇੱਕ ਇਲੈਕਟ੍ਰੋਨ ਸੀਗਾ, ਉਹਦੇ ਕੋਲ 0.6 ਇਲੈਕਟ੍ਰੋਨ ਵੋਲਟ એનર્ਜੀ ਹੈਗੀ ਸੀ। ਜਦੋਂ ਬੈਰੀਅਰ ਨੂੰ ਕ੍ਰਾਸ ਕਰਨ ਚੱਲਿਆ, ਠੀਕ ਹੈ ਜੀ, ਤੇ ਪੋਟੈਂਸ਼ੀਅਲ ਬੈਰੀਅਰ ਜਿਹੜਾ ਉੱਥੇ ਬਣਿਆ ਹੋਇਆ ਉਹ ਕਹਿੰਦਾ ਵੀ ਤੇਰੀ એનર્ਜੀ 0.6 ਇਲੈਕਟ੍ਰੋਨ ਵੋਲਟ ਆ, ਤੇ ਬੈਰੀਅਰ ਨੂੰ ਕ੍ਰਾਸ ਕਰਨ ਲਈ 0.7 ਇਲੈਕਟ੍ਰੋਨ ਵੋਲਟ ਚਾਹੀਦੀ ਆ, ਤੇਰੀ એનર્ਜੀ ਪੂਰੀ ਹੈ ਨਹੀਂ, ਤੂੰ ਮੁੜ ਜਾ। ਇਹਦੇ ਵੱਲ ਉਹਨੇ ਉਸ ਇਲੈਕਟ੍ਰੋਨ ਨੂੰ ਵਾਪਸ ਮੋੜ ਦਿੱਤਾ, ਹੋਲ ਨੂੰ ਵੀ ਉਹਨੇ ਵਾਪਸ ਮੋੜ ਦਿੱਤਾ। ਇਹਦਾ ਮਤਲਬ ਆ ਕੋਈ ਵੀ ਕੈਰੀਅਰ ਜਿਹਦੀ એનર્ਜੀ 0.7 ਇਲੈਕਟ੍ਰੋਨ ਵੋਲਟ ਤੋਂ ਘੱਟ ਹੋਏਗੀ, ਹੈ ਨਾ, ਉਹ ਬੈਰੀਅਰ ਕ੍ਰਾਸ ਨਹੀਂ ਕਰ ਪਾ ਰਿਹਾ। ਪਰ ਜਿੱਦਾਂ ਹੀ ਮੈਂ 0.1 ਵੋਲਟ ਦੀ ਬੈਟਰੀ ਲਾਈ ਤੇ ਮੈਂ ਨੋਟਿਸ ਕੀਤਾ ਇੱਥੇ ਜਿਹੜਾ ਐਮ ਮੀਟਰ ਲੱਗਿਆ ਹੋਇਆ, ਮਿਲੀ ਐਮ ਮੀਟਰ, ਇਹਦੇ ਨਾਲ ਹੀ ਇਹਦੀ ਰੀਡਿੰਗ ਜਿਹੜੀ ਨਾ ਉਹ ਡਿਫਲੈਕਸ਼ਨ ਆਈ ਇਹਦੇ ਪੁਆਇੰਟਰ 'ਚ, ਮਤਲਬ ਮੈਨੂੰ ਸਮਾਲ ਕਰੰਟ ਮਿਲਿਆ। ਤੇ ਕਰੰਟ ਤਾਂ ਉਦੋਂ ਮਿਲੂਗਾ ਨਾ ਜਦੋਂ ਕੋਈ ਵੀ ਇਲੈਕਟ੍ਰੋਨ ਜਾਂ ਹੋਲ ਬੈਰੀਅਰ ਨੂੰ ਕ੍ਰਾਸ ਕੀਤਾ ਹੋ। ਉਹ ਕਹਿੰਦਾ ਇਹਦਾ ਮਤਲਬ ਇਹ ਹੋਇਆ ਜਦੋਂ 0.1 ਵੋਲਟ ਦਾ ਤੁਸੀਂ ਇੱਥੋਂ ਆ ਬੈਟਰੀ ਸਪਲਾਈ ਦਿੱਤੀ, ਬਾਇਸਿੰਗ ਕੀਤੀ, ਇਧਰੋਂ ਪੀ ਜਿਹੜਾ ਵਾ ਇਹਦੇ ਵਿੱਚ ਮੈਜੋਰਿਟੀ ਕੈਰੀਅਰ ਹੋਲ ਆ, ਤੇ ਬਾਹਰੋਂ ਪੋਜ਼ਿਟਿਵ ਪੋਟੈਂਸ਼ੀਅਲ ਸਪਲਾਈ ਹੋਇਆ, ਇਧਰ ਐਨ ਟਾਈਪ 'ਚ ਇਲੈਕਟ੍ਰੋਨ ਨੇ, ਠੀਕ ਹੈ, ਤੇ ਬਾਹਰੋਂ ਨੈਗੇਟਿਵ ਪੋਟੈਂਸ਼ੀਅਲ ਸਪਲਾਈ ਹੋਇਆ। ਇਸ ਨੈਗੇਟਿਵ ਨੇ ਇਹਦੇ ਮੈਜੋਰਿਟੀ ਕੈਰੀਅਰ ਇਲੈਕਟ੍ਰੋਨ ਨੂੰ, ਤੇ ਇਸ ਪੋਜ਼ਿਟਿਵ ਨੇ ਇਹਦੇ ਮੈਜੋਰਿਟੀ ਕੈਰੀਅਰ ਹੋਲਸ ਨੂੰ ਰਿਪੈਲ ਕਰਨਾ। Yes, sir. Yes, sir. ਜਦੋਂ ਇਹਨਾਂ ਨੇ ਰਿਪੈਲ ਕੀਤਾ ਤੇ ਇਹਦਾ ਮਤਲਬ ਹੋ ਗਿਆ ਇੱਕ ਤਰ੍ਹਾਂ ਮੈਜੋਰਿਟੀ ਕੈਰੀਅਰ ਜਿਹੜੇ ਨਾ ਉਹਨਾਂ ਦੋਨਾਂ ਨੂੰ ਬਾਹਰਲੇ ਪਾਸਿਓਂ ਧੱਕਾ ਵੱਜਦਾ ਪਿਆ, ਤੇ ਜਦੋਂ ਧੱਕਾ ਵੱਜਦਾ ਪਿਆ ਤੇ ਦੇ ਆਰ ਮੂਵਿੰਗ ਟੁਵਰਡਸ ਦਾ ਬੈਰੀਅਰ। ਇਹਦਾ ਮਤਲਬ ਇਹਨਾਂ ਬੈਟਰੀ ਦੇ ਇਹਨਾਂ ਟਰਮੀਨਲਸ ਨੇ ਇਹਨਾਂ ਕਹਿੰਦਾ ਜੀ ਕੈਰੀਅਰ ਨੂੰ ਐਕਸਟਰਾ એનર્ਜੀ ਦੇਤੀ 0.1 ਇਲੈਕਟ੍ਰੋਨ ਵੋਲਟ ਦੀ, ਤੇ ਜੇ ਇਹਨੇ ਐਸਾ 0.1 ਇਲੈਕਟ੍ਰੋਨ ਵੋਲਟ એનર્ਜੀ ਦਿੱਤੀ, ਤੇ ਜਿਹੜਾ ਕੋਈ ਇਲੈਕਟ੍ਰੋਨ ਜਾਂ ਹੋਲ ਇਹਨਾਂ 'ਚ ਪਿਆ ਸੀ ਜਿਹਦੇ ਕੋਲ 0.6 ਇਲੈਕਟ੍ਰੋਨ ਵੋਲਟ એનર્ਜੀ ਸੀਗੀ, ਠੀਕ ਹੈ, ਉਹਨਾਂ ਨੂੰ 0.1 ਇਲੈਕਟ੍ਰੋਨ ਵੋਲਟ એનર્ਜੀ ਦੀ ਸਪੋਰਟ ਮਿਲੀ। Yes, sir. ਤੇ ਜਦੋਂ ਉਹਨੂੰ 0.1 ਇਲੈਕਟ੍ਰੋਨ ਵੋਲਟ એનર્ਜੀ, ਇਦਾਂ ਦੇ ਵਰਡ ਤੁਹਾਨੂੰ ਬੁੱਕ 'ਚ ਲਿਖੇ ਨਹੀਂ ਮਿਲਣੇ, ਦਿਮਾਗ 'ਚ ਰੱਖੋਗੇ ਜੋ ਦੱਸਦਾ ਪਿਆ। ਇਹਦਾ ਮਤਲਬ 0.1 ਇਲੈਕਟ੍ਰੋਨ ਵੋਲਟ ਦੀ ਜਦੋਂ ਉਹਨੂੰ ਸਪੋਰਟ ਮਿਲੀ, ਤੇ ਇਹਦਾ ਮਤਲਬ ਹੋ ਗਿਆ ਜਿਹੜੀ ਫਿਕਟੀਸ਼ੀਅਸ ਬੈਟਰੀ ਇੱਥੇ ਲੱਗੀ ਹੋਈ ਆ ਡਿਪਲੀਸ਼ਨ ਲੇਅਰ ਦੇ ਅਕ੍ਰੋਸ, ਠੀਕ ਆ, ਇਹਦਾ ਮਤਲਬ ਸਾਡਾ ਐਕਸਟਰਨਲ ਸੋਰਸ ਇਸ ਬੈਟਰੀ ਦੇ ਅਗੇਂਸਟ ਕੰਮ ਕਰਦਾ ਪਿਆ। ਇਹ ਪੀ ਟਾਈਪ ਦੇ ਵਿੱਚ ਨੈਗੇਟਿਵ ਲੇਅਰ ਸੀਗੀ, ਤੇ ਤੁਸੀਂ ਬਾਹਰੋਂ ਸਪਲਾਈ ਪੋਟੈਂਸ਼ੀਅਲ ਪੋਜ਼ਿਟਿਵ ਦੀ ਦਿੱਤੀ, ਤੇ ਇਹ ਇੱਕ ਤਰ੍ਹਾਂ ਪੋਜ਼ਿਟਿਵ ਪਲੇਟ ਇਸ ਨੈਗੇਟਿਵ ਪਲੇਟ ਦਾ ਇਫੈਕਟ ਜਿਹੜਾ ਵਾ ਉਹਨੂੰ ਰਿਡਿਊਸ ਕਰਦੀ। Yes, sir.
ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ओरिजिनल ਬੈਰੀਅਰ ਤੁਹਾਡੇ ਕੋਲ 0.7 ਇਲੈਕਟ੍ਰੋਨ ਵੋਲਟ ਦਾ ਇਦਾਂ ਕਰਕੇ ਬਣਿਆ ਹੋਇਆ ਸੀਗਾ, ਹਨਾ, ਇੱਕ ਤਰ੍ਹਾਂ ਜਦੋਂ ਉਹਦੀ ਮੈਂ ਬਾਈਸਿੰਗ ਕਰ ਦਿੱਤੀ ਤੇ ਜਿਹੜਾ 0.6 ਇਲੈਕਟ੍ਰੋਨ ਵੋਲਟ ਵਾਲਾ ਕੈਰੀਅਰ ਸੀਗਾ ਉਹਦੇ ਲਈ ਤੇ ਇਹ ਬੈਰੀਅਰ ਜਿਹੜਾ 0.7 ਦੀ ਥਾਂ ਤੇ ਇੱਕ ਤਰ੍ਹਾਂ 0.6 ਇਲੈਕਟ੍ਰੋਨ ਵੋਲਟ ਦਾ ਰਹਿ ਗਿਆ। Yes, sir. ਇਹਦਾ ਮਤਲਬ ਬੈਰੀਅਰ ਹਾਈਟ ਜਿਹੜੀ ਆ, ਬੈਰੀਅਰ ਹਾਈਟ ਜਿਹੜੀ ओरिजिनल ਸੀਗੀ ਉਹਦੇ ਨਾਲੋਂ ਮੇਰੇ ਕੋਲ ਜਿਹੜੀ ਬੈਰੀਅਰ ਹਾਈਟ ਆ that will going on decreasing। ਇਹਦਾ ਮਤਲਬ ਆ ਜਿਹੜਾ ਮੇਰੇ ਕੋਲ ਨਵਾਂ ਬੈਰੀਅਰ ਹੈਗਾ ਵਾ ਉਹ VB -V ਵੋਲਟ ਦਾ ਆ ਗਿਆ। Yes, sir. Yes, sir. 0.7 ਮਾਈਨਸ 0.1 ਯਾਨੀ 0.6 ਵੋਲਟ ਦਾ ਬੈਰੀਅਰ ਰਹਿ ਗਿਆ। ਤੇ ਹੁਣ ਇਹਦਾ ਮਤਲਬ ਹੋ ਗਿਆ ਕਿ ਜੇ ਮੈਂ ਇੱਥੋਂ ਸਪਲਾਈ 0.2 ਇਲੈਕਟ੍ਰੋਨ ਵੋਲਟ 0.2 ਵੋਲਟ ਦੀ ਦਿੱਤੀ ਤੇ ਕੋਈ ਜਿਹੜਾ ਇਹ ਚ 0.5 ਵਾਲਾ ਸੀ, ਜਦੋਂ 0.6 ਵਾਲਾ ਨਹੀਂ ਜੰਪ ਕਰ ਪਾ ਰਿਹਾ ਸੀ 0.5 ਵਾਲਾ ਵੀ ਹਾਰ ਮੰਨ ਕੇ ਬੈਠਾ ਸੀ, ਉਹ ਕਹਿੰਦਾ ਜੇ ਤੂੰ ਨਹੀਂ ਟੱਪ ਸਕਦਾ ਤੇ ਮੈਂ ਕਿੱਥੋਂ ਟੱਪਣਾ। ਪਰ ਹੁਣ 0.2 ਇਲੈਕਟ੍ਰੋਨ ਵੋਲਟ ਦੀ ਜਦੋਂ ਬਾਹਰੋਂ ਸਪੋਰਟ ਆਈ ਤੇ ਇਹਦਾ ਮਤਲਬ 0.6 ਵਾਲਾ ਵੀ ਕ੍ਰਾਸ ਕਰਦਾ ਪਿਆ, 0.5 ਵਾਲਾ ਵੀ ਕਰਦਾ ਪਿਆ। ਹੌਲੀ 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 ਜਿੱਦਾਂ ਜਿੱਦਾਂ ਤੁਸੀਂ ਐਕਸਟਰਨਲ ਸੋਰਸ ਤੋਂ, ਠੀਕ ਹੈ ਜੀ, ਇਥੋਂ ਸਪਲਾਈ ਵਧਾਉਂਦੇ ਜਾਓਗੇ ਤੇ ਇਹਦੇ ਵਿੱਚ ਜਿਹੜੇ ਮੈਜੋਰਿਟੀ ਕੈਰੀਅਰ ਨੇ ਉਹਨਾਂ ਕੈਰੀਅਰ ਨੂੰ ਜਿੱਦਾਂ ਜਿੱਦਾਂ એનર્ਜੀ ਮਿਲਦੀ ਜਾਏਗੀ ਦੇ ਕੈਨ ਕ੍ਰਾਸ ਦਾ ਬੈਰੀਅਰ। Yes, sir. ਤੇ ਜਦੋਂ ਉਹ ਬੈਰੀਅਰ ਨੂੰ ਕ੍ਰਾਸ ਕਰਦੇ ਜਾਓਗੇ ਤੇ ਬੈਰੀਅਰ ਦੇ ਕ੍ਰਾਸ ਕਰਨ ਦੇ ਨਾਲ ਮੇਰੇ ਕੋਲ ਆਊਟਰ ਸਰਕਟ ਦੇ ਅੰਦਰ ਪਹਿਲੋਂ ਕੀ ਸੀ 0.6 ਵਾਲੇ ਮੰਨ ਲਓ 4-5 ਇਲੈਕਟ੍ਰੋਨ ਹੀ ਸੀਗੇ ਜਾਂ 4-5 ਹੋਲ ਸੀਗੇ, ਉਹ ਕ੍ਰਾਸ ਹੋਏ ਸੀ। ਹੁਣ 0.5 ਵਾਲੇ ਤਾਂ 100 ਇਲੈਕਟ੍ਰੋਨ ਹੋਲ ਪਏ ਸੀਗੇ। ਇਹ ਮਤਲਬ 0.5 ਵਾਲਿਆਂ ਨੂੰ ਜਦੋਂ એનર્ਜੀ ਮਿਲੀ ਤੇ ਮੇਰੇ ਕੋਲ ਅੱਗੇ ਨਾਲੋਂ ਕਰੰਟ ਦੀ ਸਟਰੈਂਥ ਜਿਹੜੀ ਆ ਆਊਟਰ ਸਰਕਟ 'ਚ ਵਧਣੀ ਸ਼ੁਰੂ ਹੋ ਜੂ। Yes, sir. ਤੇ ਜੇ ਮੈਂ ਹੁਣ ਇੱਥੋਂ ਬਾਹਰੋਂ ਸਪਲਾਈ 0.7 ਦੀ ਦੇ ਦੇਵਾਂ ਹੁਣ ਕੀ ਹੋਊ? ਹੁਣ ਕੀ ਹੋਊ? Sir, 0.4 वाले भी चल जाएंगे। ਹੁਣ 0.4 ਵਾਲੇ 0.3 ਵਾਲੇ 0.2 ਵਾਲੇ ਇਹ ਮਤਲਬ ਜਿੰਨੇ ਵੀ ਉਹ ਕੈਰੀਅਰ ਨੇ ਸਾਰਿਆਂ ਨੂੰ ਕ੍ਰਾਸ ਕਰਨ ਦਾ ਮੌਕਾ ਮਿਲ ਗਿਆ। ਇਹਦਾ ਮਤਲਬ ਆ ਜਿਹੜੇ ਮੈਜੋਰਿਟੀ ਕੈਰੀਅਰ ਨੇ ਉਹਨਾਂ ਦੀ ਡਿਫਿਊਜ਼ਨ ਈਜ਼ੀ ਹੋ ਗਈ। ਤੇ ਮੈਨੂੰ ਇੱਕ ਤਰ੍ਹਾਂ ਇਹ ਲੱਗੇਗਾ, ਜੋ ਮੈਂ ਬੋਲਾਂਗਾ ਇਹ ਗਲਤ ਹੋਏਗਾ, ਮੈਨੂੰ ਇੱਕ ਤਰ੍ਹਾਂ ਇਹ ਲੱਗੇਗਾ ਪੋਟੈਂਸ਼ੀਅਲ ਦਾ ਬੈਰੀਅਰ ਜਿਹੜਾ ਸੀ ਉਹ ਹੌਲੀ 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 ਘਟਦਾ ਖਤਮ ਹੋ ਗਿਆ। ਪੋਟੈਂਸ਼ੀਅਲ ਦਾ ਬੈਰੀਅਰ ਰਿਹਾ ਹੀ ਨਹੀਂ ਜੀ। ਇਹਦਾ ਮਤਲਬ ਜਿਹੜਾ ਮਰਜ਼ੀ ਕੈਰੀਅਰ ਇਧਰੋਂ ਕ੍ਰਾਸ ਕਰਨਾ ਸ਼ੁਰੂ ਹੋ ਜੂ। ਕਹਿੰਦਾ ਪਰ ਇਦਾਂ ਨਹੀਂ ਹੋਏਗਾ। ਹਾਂ ਠੀਕ ਆ, ਤੁਸੀਂ ਐਕਸਟਰਨਲ ਸੋਰਸ ਤੋਂ ਜਿੱਦਾਂ ਸਪਲਾਈ ਦਿੰਨੇ ਹੋ, ਹੁਣ ਕੁਝ ਚੀਜ਼ਾਂ ਐਡ ਕਰਨ ਲੱਗਿਆ, ਤੁਸੀਂ ਜਿੱਦਾਂ ਜਿੱਦਾਂ ਐਕਸਟਰਨਲ ਸੋਰਸ ਤੋਂ ਸਪਲਾਈ ਦਿੰਨੇ ਪਏ ਹੋ ਕੈਰੀਅਰ ਕ੍ਰਾਸ ਕਰਨੇ ਆ, ਠੀਕ ਹੈ, ਕਿਉਂਕਿ ਉਹਨਾਂ ਨੂੰ ਐਕਸਟਰਨਲ ਸੋਰਸ ਜਿਹੜਾ ਵਾ ਉਹ ਇਸ ਪੋਟੈਂਸ਼ੀਅਲ ਬੈਰੀਅਰ ਨੂੰ ਅਪੋਜ਼ ਕਰਦਾ, ਠੀਕ ਹੈ। ਇਹਦਾ ਮਤਲਬ ਇਸ ਬੈਟਰੀ ਨੂੰ ਅਪੋਜ਼ ਕਰਕੇ ਕੈਰੀਅਰ ਨੂੰ એનર્ਜੀ ਦਿੰਦਾ ਤੇ ਕੈਰੀਅਰ ਨੂੰ એનર્ਜੀ ਦੇ ਕੇ ਉਹਨਾਂ ਨੂੰ ਬੈਰੀਅਰ ਨੂੰ ਕ੍ਰਾਸ ਕਰਾ ਰਿਹਾ। ਪਰ ਨਾਲੋਂ ਨਾਲ ਇੱਕ ਚੀਜ਼ ਹੋਰ ਵੀ ਤਾਂ ਹੋ ਰਹੀ, ਇਹ ਬੈਰੀਅਰ ਖਤਮ ਤਾਂ ਹੋ ਹੀ ਨਹੀਂ ਸਕਦਾ। ਕਿਉਂ? ਕਹਿੰਦਾ ਕਿਉਂਕਿ ਜਦੋਂ ਮੰਨ ਲਓ ਇਧਰੋਂ ਇੱਕ ਇਲੈਕਟ੍ਰੋਨ ਜਿਹੜਾ ਵਾ ਹੈਨਾ ਉਹ ਐਸਾ ਚ ਕ੍ਰਾਸ ਕਰਕੇ ਇੱਧਰ ਆਣਾ ਤੇ ਉਹ ਪਿੱਛੇ ਆਪਣੇ ਇੱਕ ਮੋਬਾਈਲ ਆਇਨ ਵੀ ਤਾਂ ਛੱਡ ਕੇ ਆਊਗਾ। Yes, sir. Yes, sir. Yes, sir. ਮਤਲਬ ਆਪਾਂ ਨੂੰ ਇਹ ਲੱਗਦਾ ਕਿ ਵੀ ਜਦੋਂ ਜਿੱਦਾਂ ਤੁਸੀਂ ਬਾਹਰੋਂ ਸੋਰਸ ਤੋਂ ਸਪਲਾਈ ਵਧਾ ਰਹੇ ਹੋ, ਠੀਕ ਹੈ ਨਾ, ਤੇ ਇਹਦਾ ਮਤਲਬ ਹੋ ਗਿਆ ਇਹ ਚ ਹਰ ਕੈਰੀਅਰ ਦੀ એનર્ਜੀ ਪੂਰੀ ਹੋ ਚੁੱਕੀ ਆ ਤੇ ਹਰ ਕੈਰੀਅਰ ਜਿਹੜਾ ਕ੍ਰਾਸ ਕਰੂ। ਕਹਿੰਦਾ ਇਦਾਂ ਨਹੀਂ ਹੈਗਾ, ਬੈਰੀਅਰ ਖਤਮ ਥੋੜਾ ਹੋਇਆ। ਹਰ ਕੈਰੀਅਰ ਨੇ ਜਦੋਂ ਇਸ ਬੈਰੀਅਰ ਨੂੰ ਕ੍ਰਾਸ ਕਰਨਾ ਜਾਂਦਾ ਜਾਂਦਾ ਪੰਜਾਬੀ ਚ ਕਮਾ ਤੇ ਉਹ ਆਪਣੀ ਇੱਕ ਪਿੱਛੇ ਇੱਟ ਖੜੀ ਕਰਕੇ ਆ ਰਿਹਾ, ਨਾਲੋਂ ਨਾਲ ਦੀਵਾਰ ਬਣਾ ਕੇ ਆ ਰਿਹਾ। ਇਹ ਮਤਲਬ ਮੈਜੋਰਿਟੀ ਕੈਰੀਅਰ ਨਿਕਲਦਾ ਪਿੱਛੇ ਆਪਣੀ ਇੱਕ ਇੱਟ ਵੀ ਲਾ ਕੇ ਆਂਦਾ। ਇਹਦਾ ਮਤਲਬ ਆ ਕਿ ਉਹ ਬੈਰੀਅਰ ਨਾਲੋਂ ਨਾਲ ਜਿਹੜਾ ਕ੍ਰੀਏਟ ਵੀ ਤਾਂ ਹੁੰਦਾ ਪਿਆ। ਇਹਦਾ ਮਤਲਬ ਹੋ ਗਿਆ ਬੈਰੀਅਰ ਕਿਸੇ ਵੀ ਟਾਈਮ ਤੇ ਖਤਮ ਨਹੀਂ ਹੋਏਗਾ। ਹਾਂ, ਐਸਾ ਚ ਇੱਕ ਸਟੇਜ ਆ ਗਈ ਕਿ ਵੀ ਜਦੋਂ ਕੈਰੀਅਰ ਕੋਲ ਸਫੀਸ਼ੀਐਂਟ એનર્ਜੀ ਆਣੀ ਸ਼ੁਰੂ ਹੋਈ ਤੇ ਦੇ ਕੈਨ ਈਜ਼ੀਲੀ ਕ੍ਰਾਸ ਦਾ ਬੈਰੀਅਰ। ਪਰ ਜੇ ਮੈਂ ਹੁਣ ਐਸਾ ਚ 0.7 ਦੀ ਥਾਂ ਤੇ 0.8 ਇਲੈਕਟ੍ਰੋਨ ਵੋਲਟ ਦਾ ਬੈਰੀਅਰ ਯਾਨੀ 0.8 ਵੋਲਟ એનર્ਜੀ ਦੇਣਾ, ਉਹ ਕਹਿੰਦਾ ਹੁਣ ਕੀ ਹੋਇਆ 0.8 ਦੇ ਵਿੱਚੋਂ ਮੰਨ ਲਓ 0.7 ਵੋਲਟ ਦਾ ਬੈਰੀਅਰ ਖੜਾ ਹੀ ਸੀਗਾ ਤੇ ਜਿਹੜਾ ਤੁਹਾਡਾ ਕੈਰੀਅਰ ਹੈਗਾ ਇਲੈਕਟ੍ਰੋਨ ਉਹਨੇ 0.8 ਇਲੈਕਟ੍ਰੋਨ ਵੋਲਟ એનર્ਜੀ ਲੈ ਕੇ ਉਹ ਚ 0.7 ਇਲੈਕਟ੍ਰੋਨ ਵੋਲਟ એનર્ਜੀ ਲਾਤੀ ਇਸ ਬੈਰੀਅਰ ਨੂੰ ਕ੍ਰਾਸ ਕਰਨ ਲਈ ਤੇ ਪਲੱਸ ਉਹਦੇ ਕੋਲ 0.1 ਇਲੈਕਟ੍ਰੋਨ ਵੋਲਟ ਕਿਨੈਟਿਕ એનર્ਜੀ ਦੀ ਫਾਰਮ ਚ એનર્ਜੀ ਹੋਰ ਵੱਧ ਗਈ। Yes, sir. ਦਿਮਾਗ ਚ ਥੋੜਾ ਜਿਹਾ ਇਹਨੂੰ ਕਿਸੇ ਫਿਜ਼ੀਕਲ ਸਿਚੁਏਸ਼ਨ ਨਾਲ ਸੋਚ ਕੇ ਦੇਖਿਓ।
ਮਤਲਬ ਪਹਿਲੋਂ એનર્ਜੀ ਇੰਨੀ ਕਿ ਸੀਗੀ ਕਿ ਵੀ ਜਿਹੜਾ ਸਾਹਮਣੇ ਵਾਲਾ ਰੋਕਦਾ ਪਿਆ ਨਾ, ਠੀਕ ਹੈ ਜੀ, ਜਿੱਦਾਂ ਹੁਣ ਮੰਨ ਲਓ ਇੱਕ ਰੇਸ ਆ ਕੋਈ, ਜਾਂ ਇੱਕ ਕੋਈ ਰੱਸਾ ਖਿੱਚਦੇ ਪਏ ਹੋ, ਤੁਸੀਂ ਸਿਰਫ ਇੰਨਾ ਕੁ ਜ਼ੋਰ ਲਾਇਆ ਕਿ ਤੁਸੀਂ ਲਾਈਨ ਹੀ ਟੱਪੇ ਹੋ, ਠੀਕ ਹੈ ਜੀ, ਤੇ ਦੂਜੇ ਵਾਰੀ ਤੁਹਾਡੇ ਕੋਲ ਐਸਐਚ ਜਿਹੜਾ ਵਾ ਉਹ ਤੁਸੀਂ ਇੰਨਾ ਕੁ ਜ਼ੋਰ ਲਾਇਆ, ਤੁਸੀਂ ਲਾਈਨ ਵੀ ਟੱਪ ਲਈ ਤੇ ਉਹ ਅੱਗੇ ਤੱਕ ਨਿਕਲ ਗਏ। ਇਹਦਾ ਮਤਲਬ ਹੋ ਗਿਆ ਕਿ ਕੈਰੀਅਰ ਕੋਲ ਜਦੋਂ ਤੁਸੀਂ ਐਸਐਚ ਵੋਲਟੇਜ ਦੀ ਸਪਲਾਈ ਇਸ ਬੈਰੀਅਰ ਵੋਲਟੇਜ ਤੋਂ ਜ਼ਿਆਦਾ ਦੋਗੇ ਤੇ ਐਸਐਚ ਇਹਦੇ ਵਿੱਚੋਂ ਜਿਹੜੀ ਆ ਬੈਰੀਅਰ ਨੂੰ ਕ੍ਰਾਸ ਕਰਨ ਲਈ એનર્ਜੀ ਲੱਗੀ, ਉਹ ਲਗਾਉਣ ਤੋਂ ਬਾਅਦ ਵੀ ਤੁਹਾਡੇ ਇਲੈਕਟ੍ਰੋਨ ਜਾਂ ਹੋਲ ਜਿਹੜੇ ਕਿ ਮੈਜੋਰਿਟੀ ਕੈਰੀਅਰ ਆ, ਉਹਨਾਂ ਕੋ ਹਜੇ ਵੀ ਐਡੀਸ਼ਨਲ ਕੈਨੇਟਿਕ એનર્ਜੀ ਹੈਗੀ ਆ, ਜਿਹਦੇ ਨਾਲ ਉਹ ਇਲੈਕਟ੍ਰੋਨ ਕੱਲਾ ਬੈਰੀਅਰ ਕ੍ਰਾਸ ਕਰਕੇ ਇੱਥੇ ਆ ਕੇ ਰੁਕਦਾ ਨਹੀਂ। ਜੇ ਉਹਨੂੰ ਇੱਥੇ ਹੋਲ ਕੋਈ ਨਹੀਂ ਮਿਲਿਆ ਇਲੈਕਟ੍ਰੋਨ ਹੋਲ ਰੀਕੰਬੀਨੇਸ਼ਨ ਕਰਨ ਲਈ, ਤੇ ਆਪਣੀ ਕੈਨੇਟਿਕ એનર્ਜੀ ਨਾਲ ਉਹ ਡੀਪ ਅੰਦਰ ਤੱਕ ਜਾਊਗਾ ਤੇ ਅੰਦਰ ਕਿਸੇ ਵੀ ਹੋਲ ਦੇ ਨਾਲ ਜਾ ਕੇ ਇਲੈਕਟ੍ਰੋਨ ਹੋਲ ਰੀਕੰਬੀਨੇਸ਼ਨ ਕਰੇਗਾ ਤੇ ਇਲੈਕਟ੍ਰਿਕ ਕਰੰਟ ਪ੍ਰੋਡਿਊਸ ਕਰੇਗਾ। ਕੀ ਆ ਗੱਲ ਸਮਝ ਲੱਗੀ? Yes, sir. Yes, sir. ਹੁਣ ਤੱਕ ਜਿੰਨਾ ਬੋਲਿਆ, ਜੇ ਇਹਨੂੰ ਮੈਂ ਗ੍ਰਾਫਿਕਲੀ ਰਿਪਰੈਜ਼ੈਂਟ ਕਰੀਏ, ਜਿਹਨੂੰ ਅਸੀਂ ਫਾਰਵਰਡ ਕਰੈਕਟਰਿਸਟਿਕ ਕਹਿੰਦੇ ਪਏ, ਉਹਦੇ ਵਿੱਚ ਅਸੀਂ ਆ ਦਿਖਾਵਾਂਗੇ ਕਿ ਵੀ ਇੱਕ ਗ੍ਰਾਫ ਜੇ ਮੈਂ ਪਲਾਟ ਕਰਾਂ ਬਿਟਵੀਨ ਦਾ ਕਰੰਟ ਐਂਡ ਵੋਲਟੇਜ, ਠੀਕ ਹੈ ਜੀ, ਤੁਸੀਂ ਵੋਲਟੇਜ ਤੇ ਕਰੰਟ ਦਾ ਜਿਹੜਾ ਗ੍ਰਾਫ ਪਲਾਟ ਕਰਦੇ ਪਏ, ਕਰੰਟ ਮੇਰਾ ਮਿਲੀ ਐਂਪੀਅਰ ਚ, ਵੋਲਟੇਜ ਮੇਰੀ ਨਾਰਮਲ 0 1 2 3 ਵੋਲਟ ਆ, ਇਹਦੇ ਵਿੱਚ 0 ਵੋਲਟ, ਠੀਕ ਹੈ ਜੀ, 0.2 ਵੋਲਟ, 0.4 ਵੋਲਟ, 0.6 ਵੋਲਟ, 0.7 ਵੋਲਟ, ਇਦਾਂ ਹੀ 0.8 ਵੋਲਟ, 1 ਵੋਲਟ, 1.2 ਵੋਲਟ। ਇਹਦੇ ਵਿੱਚ ਵੋਲਟੇਜ ਫਾਰਵਰਡ ਬਾਇਸਿੰਗ ਵੇਲੇ ਸਿਰਫ ਜਿਹੜੀ ਆ ਉਹ 1 ਤੋਂ 1.5 ਵੋਲਟ ਤੱਕ ਹੀ ਜਾਂਦੀ ਆ, ਠੀਕ ਹੈ। ਔਰ ਜਦੋਂ ਤੁਹਾਡੀ ਅਪਲਾਈਡ ਵੋਲਟੇਜ, ਅਸੀਂ ਇਹਦੇ ਵਿੱਚ ਨੋਟਿਸ ਕੀਤਾ ਕਿ ਜਦੋਂ ਤੁਸੀਂ ਇੱਥੋਂ ਵੋਲਟੇਜ ਜਿਹੜੀ ਉਹੀ ਗੱਲ ਪਹਿਲਾਂ ਕੀਤੀ ਸੀ 0 ਵੋਲਟ ਦਿੱਤੀ, 0.1 ਵੋਲਟ, 0.2 ਵੋਲਟ, 0.1 ਵੋਲਟ ਤੇ ਥੋੜਾ ਜਿਹਾ ਕਰੰਟ, ਜਿੱਦਾਂ ਜਿੱਦਾਂ ਇਧਰੋਂ ਮੈਂ ਵੋਲਟੇਜ ਵਧਾ ਰਿਹਾ ਤੇ ਕਰੰਟ ਦੀ ਸਟਰੈਂਥ ਜ਼ਿਆਦਾ ਵਧੇਗੀ। ਇਸ ਚੀਜ਼ ਨੂੰ ਤੁਸੀਂ ਗ੍ਰਾਫਿਕਲੀ ਕੁਝ ਇਸ ਵੇ ਨਾਲ ਕਹਿੰਦਾ ਜੀ ਜਿਹੜਾ ਉਹ ਸ਼ੋ ਅਪ ਕਰੋਗੇ, ਜਿਹੜੀ ਕਰਵ ਆ ਕੁਝ ਇਸ ਵੇ ਨਾਲ ਬਣੇਗੀ। ਇਸ ਕਰਵ ਦੇ ਵਿੱਚ ਜੇ ਮੈਂ ਚੱਲਾਂ, ਇਹ ਆ ਪੁਆਇੰਟ ਦੇ ਕੋਰਸਪੋਂਡਿੰਗ, ਠੀਕ ਹੈ ਜੀ, ਅਸੀਂ ਇੱਥੇ ਲਿਖਦੇ ਹਾਂ ਕਿ ਵੀ ਆ ਜਿਹੜਾ ਮੇਰੇ ਕੋਲ ਪੁਆਇੰਟ ਆਇਆ ਇਹਦੇ ਕੋਰਸਪੋਂਡਿੰਗ, ਇਹਨੂੰ ਅਸੀਂ ਕਹਿੰਦੇ ਜੀ ਇਹ ਮੇਰੇ ਕੋਲ ਐਸਐਚ 0.7 ਵੋਲਟ ਆ। ਮਤਲਬ ਜਿੰਨੇ ਵੋਲਟ ਦਾ ਮੇਰਾ ਬੈਰੀਅਰ ਸੀ ਨਾ, ਜਿੰਨੇ ਵੋਲਟ ਦਾ ਮੇਰਾ ਬੈਰੀਅਰ ਸੀਗਾ, ਠੀਕ ਹੈ, ਉਹਨੇ ਵੋਲਟ ਦੇ ਬਰਾਬਰ ਦੀ ਸਪਲਾਈ ਜਦੋਂ ਤੁਸੀਂ ਦਿੱਤੀ ਇੱਥੇ ਤੱਕ, ਤੇ ਜੇ ਮੈਂ ਪੋਰਸ਼ਨ ਦੇਖਾਂ ਗ੍ਰਾਫ ਦਾ ਤੇ ਮੈਨੂੰ ਇਹ ਚੀਜ਼ ਮਿਲਦੀ ਪਈ ਕਿ ਵੋਲਟੇਜ ਦੀ ਵੇਰੀਏਸ਼ਨ ਦੇ ਕੰਪੈਰੀਟਿਵਲੀ ਕਰੰਟ ਦੀ ਗਰੋਥ ਥੋੜੀ ਆ, ਕਿਉਂਕਿ ਕੋਈ ਆਪਣਾ ਕੈਰੀਅਰ ਆ ਇਲੈਕਟ੍ਰੋਨ ਤੇ ਹੋਲ ਜਿਹਦੀ એનર્ਜੀ ਪੂਰੀ ਹੋ ਰਹੀ ਆ ਤੇ ਉਹ ਬੈਰੀਅਰ ਨੂੰ ਕ੍ਰਾਸ ਕਰ ਰਿਹਾ, ਇਸ ਲਈ ਇਹਨੇ 0.7 ਵੋਲਟ ਤੱਕ, ਜਿੰਨੇ ਵੋਲਟ ਦਾ ਬੈਰੀਅਰ ਆ ਉਹਨੇ ਵੋਲਟ ਤੱਕ ਤੁਹਾਡੇ ਕੋਲ ਵੋਲਟੇਜ ਵੱਧਦੀ ਆ ਜ਼ਿਆਦਾ, ਪਰ ਉਹਦੇ ਕੋਰਸਪੋਂਡਿੰਗ ਕਰੰਟ ਦੀ ਗਰੋਥ ਸਲੋ ਆ। ਪਰ ਜਦੋਂ ਤੁਹਾਡੀ ਅਪਲਾਈਡ ਵੋਲਟੇਜ ਪੋਟੈਂਸ਼ੀਅਲ ਬੈਰੀਅਰ ਵੋਲਟੇਜ ਦੇ ਬਰਾਬਰ ਜਾਂ ਉਸ ਤੋਂ ਜ਼ਿਆਦਾ ਹੋਈ, ਤੇ ਤੁਸੀਂ ਗ੍ਰਾਫ ਦੇ ਇਸ ਪੋਰਸ਼ਨ ਨੂੰ ਜੇ ਦੇਖੋ ਤੇ ਇੰਨੇ ਪੋਰਸ਼ਨ ਦੇ ਅੰਦਰ ਮੇਰੇ ਕੋਲ ਜਿਹੜੀ ਚੀਜ਼ ਆਬਜ਼ਰਵ ਕਰਨ ਵਾਲੀ ਹੈਗੀ ਆ ਉਹ ਇਹ ਹੋਏਗੀ ਕਿ ਵੀ ਤੁਹਾਡੇ ਕੋਲ ਜਿਹੜਾ ਕਰੰਟ ਹੈਗਾ, ਵੋਲਟੇਜ ਵਧੀ 0.7 ਤੋਂ ਲੈ ਕੇ ਮੰਨ ਲਓ 1.1 ਵੋਲਟ ਤੱਕ, ਸਿਰਫ 0.4 ਵੋਲਟ ਵਧਾਏ ਅਸੀਂ, ਪਰ ਜਿਹੜਾ ਕਰੰਟ ਹੈਗਾ ਵਾ ਇਸ 0.4 ਵੋਲਟ ਦੇ ਵਧਣ ਨਾਲ ਕਰੰਟ ਦੀ ਗਰੋਥ ਮੇਰੀ ਬਹੁਤ ਰੈਪਿਡ ਹੋਣੀ ਸ਼ੁਰੂ ਹੋ ਗਈ। ਕੀ ਗੱਲ ਸਮਝ ਲੱਗ ਰਹੀ? Yes, sir. Yes, sir. ਇਹਦਾ ਮਤਲਬ ਆ ਵੋਲਟੇਜ ਜਿੱਥੇ ਗ੍ਰਾਫ ਦੇ ਅੰਦਰ ਮੇਰੇ ਕੋਲ ਐਸ ਸੱਚ ਇੱਕਦਮ ਕਰੰਟ ਜਿਹੜਾ ਵਾ ਉਹ ਰੈਪਿਡ ਗਰੋ ਕਰਨਾ ਸ਼ੁਰੂ ਕਰਦਾ, ਇਹਨੂੰ ਅਸੀਂ ਨਾਮ ਦਿੰਨੇ ਇਹ ਨੀ ਵੋਲਟੇਜ ਆ। ਨੀ ਕਿਹਨੂੰ ਕਹਿੰਦੇ ਆਪਾਂ? ਕੋਈ ਨੀ ਕਿਹਨੂੰ ਕਹਿੰਦੇ? ਉਹ ਅੰਗਰੇਜ਼ੋ ਉਹ ਗੂੰਗਿਓ ਤੁਹਾਨੂੰ ਪੁੱਛਿਆ ਨੀ ਕਿਹਨੂੰ ਕਹਿੰਦੇ ਆਪਾਂ? ਹੈ ਮੇਰੀ ਆਵਾਜ਼ ਆ ਰਹੀ? फिर कुटना। मेरी आवाज आ रही है? Yes, sir. Yes, sir. ਨੀ ਕਿਹਨੂੰ ਕਹਿੰਦੇ? ਗੋਡੇ ਨੂੰ ਕਹਿੰਦੇ ਕਿ ਨਹੀਂ? कुटना, हाँ जी। ਠੀਕ ਹੈ ਨਾ, ਜਿੱਦਾਂ ਉਹ ਕਹਿੰਦਾ ਤੁਹਾਡੇ ਗੋਡੇ ਤੇ ਆ ਕੇ ਹਨਾ ਉਸ ਤੋਂ ਉੱਪਰ ਲੱਤ ਸਾਡੀ ਸਿੱਧੀ ਚੱਲਦੀ ਵੀ ਇਸ ਪੁਆਇੰਟ ਤੇ ਐਬਰਪਟ ਜਿਹੜਾ ਵਾ ਉਹ ਚੇਂਜ ਆਂਦੀ ਹੈ। ਇਦਾਂ ਹੀ ਅਸੀਂ ਇਹਦੇ ਵਿੱਚ ਇੱਕ ਆ ਪੁਆਇੰਟ ਦਾ ਨਾਮ ਦਿੱਤਾ ਕਿ ਨੀ ਵੋਲਟੇਜ ਆ। ਨੀ ਵੋਲਟੇਜ ਉਹ ਕਹਿੰਦਾ ਕਿ ਵੀ ਜਿਹੜੀ ਤੁਹਾਡੀ ਪੋਟੈਂਸ਼ੀਅਲ ਬੈਰੀਅਰ ਦੀ ਵੋਲਟੇਜ ਦੇ ਬਰਾਬਰ ਦੀ ਵੋਲਟੇਜ ਆ, ਇੱਥੇ ਤੱਕ ਕਰੰਟ ਦੀ ਗਰੋਥ ਥੋੜੀ ਆ,
ਇਸ ਤੋਂ ਬਾਅਦ ਜਿਹੜਾ ਵਾ ਥੋੜਾ ਜਿਹਾ ਵੀ ਮੇਰੇ ਕੋਲ ਵੋਲਟੇਜ ਗਰੋ ਕਰਦੀ, ਠੀਕ ਹੈ, ਤੇ ਸਰਕਟ ਦੇ ਅੰਦਰ ਕਰੰਟ ਦੀ ਗਰੋਥ ਮੇਰੇ ਕੋਲ ਜਿਹੜੀ ਉਹ ਵੱਧ ਜਾਂਦੀ ਹੈ। ਤੇ ਇਸ ਲਈ ਜਦੋਂ ਵੀ ਅਸੀਂ ਡਾਇਓਡ ਨੂੰ ਫਾਰਵਰਡ ਬਾਇਸਿੰਗ ਦੇ ਅੰਦਰ ਕਿਤੇ ਸਰਕਟ 'ਚ ਲਗਾਉਂਦੇ ਆ, ਤੇ ਅਸੀਂ ਇਹਨੂੰ ਕਦੀ ਵੀ ਗ੍ਰਾਫ ਦੇ ਇਸ ਪੋਰਸ਼ਨ ਨੂੰ ਯੂਜ਼ ਨਹੀਂ ਕਰਦੇ, ਨੀ ਵੋਲਟੇਜ ਤੋਂ ਥੱਲੇ ਕਦੀ ਨਹੀਂ ਇਹਨੂੰ ਚਲਾਉਂਦੇ, ਕਿਉਂਕਿ ਨੀ ਵੋਲਟੇਜ ਤੋਂ ਥੱਲੜੇ ਪੋਰਸ਼ਨ ਦੇ ਅੰਦਰ, ਠੀਕ ਹੈ ਜੀ, ਮੇਰੇ ਕੋਲ ਵੋਲਟੇਜ ਦੇ ਵਧਣ ਨਾਲ ਕਰੰਟ ਦੀ ਗਰੋਥ ਹੈ ਨਹੀਂ। ਇਸ ਲਈ ਆਹ ਪੋਰਸ਼ਨ ਗ੍ਰਾਫ ਦਾ ਜਿਹੜਾ ਇਹ ਯੂਜ਼ 'ਚ ਨਹੀਂ ਆਂਦਾ। ਜਦੋਂ ਵੀ ਡਾਇਓਡ ਨੂੰ ਫਾਰਵਰਡ ਬਾਇਸ ਕੀਤਾ ਜਾਏਗਾ, ਹਮੇਸ਼ਾ ਗ੍ਰਾਫ ਦਾ ਜਿਹੜਾ ਆਹ ਪੋਰਸ਼ਨ ਹੋਏਗਾ, ਠੀਕ ਹੈ, ਜਿਹਦੇ ਵਿੱਚ ਕਰੰਟ ਦੀ ਗਰੋਥ ਵੋਲਟੇਜ ਦੇ ਕੋਰਸਪੋਂਡਿੰਗ ਜ਼ਿਆਦਾ, ਤੇ ਰੈਜ਼ਿਸਟੈਂਸ ਦਾ ਫਾਰਮੂਲਾ ਹੁੰਦਾ ਚੇਂਜ ਇਨ ਵੋਲਟੇਜ ਬਾਈ ਚੇਂਜ ਇਨ ਕਰੰਟ। ਇਸ ਵੇਲੇ ਗ੍ਰਾਫ ਦੇ ਇਸ ਪੋਰਸ਼ਨ ਨੂੰ ਦੇਖਾਂ ਤੇ ਇੱਥੇ ਸਮਾਲ ਵੋਲਟੇਜ ਦੀ ਚੇਂਜ ਵਾਸਤੇ there is a large change in current, ਠੀਕ ਆ, ਵੋਲਟੇਜ ਦੀ ਸਮਾਲ ਚੇਂਜ ਲਵਾਂ ਤੇ ਉਹਦੇ ਕੋਰਸਪੋਂਡਿੰਗ ਕਰੰਟ ਦੀ ਲਾਰਜ ਚੇਂਜ ਆਂਦੀ ਪਈ ਆ। ਇਸ ਕਰਕੇ ਜਦੋਂ ਚੇਂਜ ਇਨ ਕਰੰਟ ਲਾਰਜ ਆ ਤੇ ਇਸ ਡਿਵਾਈਸ ਦੀ ਫਾਰਵਰਡ ਬਾਇਸਿੰਗ ਵੇਲੇ ਰੈਜ਼ਿਸਟੈਂਸ ਜਿਹੜੀ ਆ ਉਹ ਲੋ ਰੈਜ਼ਿਸਟੈਂਸ ਹੋਏਗੀ। Yes, sir. Yes, sir. yes sir। ਪੂਰੇ ਦੀ ਇਹ ਕਰਵ ਸਟ੍ਰੇਟ ਲਾਈਨ ਨਹੀਂ ਆਈ, ਤੇ ਜੇ ਕਰਵ ਸਟ੍ਰੇਟ ਲਾਈਨ ਨਹੀਂ ਹੈਗੀ ਤੇ ਇਹਦੀ ਰੈਜ਼ਿਸਟੈਂਸ ਕਾਂਸਟੈਂਟ ਨਹੀਂ ਹੈਗੀ, ਇਸ ਲਈ ਇਹਦੀ ਰੈਜ਼ਿਸਟੈਂਸ ਨੂੰ ਅਸੀਂ ਡਾਇਨਾਮਿਕ ਰੈਜ਼ਿਸਟੈਂਸ ਕਹਿੰਦੇ ਆ ਬੇਟਾ। ਡਾਇਨਾਮਿਕ ਦਾ ਮਤਲਬ ਜਿਸ ਡਿਵਾਈਸ ਦੀ ਰੈਜ਼ਿਸਟੈਂਸ ਜਿਹੜੀ ਆ ਉਹ ਲਗਾਤਾਰ ਚੇਂਜ ਹੁੰਦੀ ਰਵੇ, ਉਹ ਡਾਇਨਾਮਿਕ ਰੈਜ਼ਿਸਟੈਂਸ ਆ। ਔਰ ਇਹਦੀ ਰੈਜ਼ਿਸਟੈਂਸ ਜਿਹੜੀ ਹੋਏਗੀ, ਯਾਨੀ ਜਦੋਂ ਵੀ ਪੀਐਨ ਡਾਇਓਡ ਫਾਰਵਰਡ ਬਾਇਸ ਹੋਏਗਾ, ਹਮੇਸ਼ਾ ਇਹਦੀ ਲੋ ਰੈਜ਼ਿਸਟੈਂਸ ਹੁੰਦੀ ਹੈ, ਠੀਕ ਹੈ, ਯਾਨੀ ਪੀਐਨ ਡਾਇਓਡ ਵਿਲ ਆਫਰ ਲੋ ਰੈਜ਼ਿਸਟੈਂਸ ਵੈਨ ਇਟ ਇਜ਼ ਫਾਰਵਰਡ ਬਾਇਸ। ਹੁਣ ਜੇ ਇਹਨੂੰ ਮੈਂ ਚੱਲਾ ਲੈ ਕੇ ਤੇ ਬੁੱਕ ਦੇ ਅਕੋਰਡਿੰਗਲੀ ਤੁਸੀਂ ਜੋ ਪੜ੍ਹਦੇ ਪਏ ਹੋ, ਇੱਥੇ ਆਪਣਾ ਟੌਪਿਕ ਆਇਆ ਬਾਇਸਿੰਗ ਆਫ ਪੀਐਨ ਜੰਕਸ਼ਨ। ਇਹ ਚ ਪਹਿਲੀ ਹੈਗੀ ਫਾਰਵਰਡ ਬਾਇਸਿੰਗ। ਫਾਰਵਰਡ ਬਾਇਸਿੰਗ ਦੀ ਉਹਨੇ ਆ ਸਾਰੇ ਦੀ ਸਾਰੀ ਤੁਹਾਡੇ ਕੋਲ ਇਸ ਥਾਂ ਤੇ ਥਿਉਰੀ ਜਿਹੜੀ ਉਹ ਐਕਸਪਲੇਨ ਕੀਤੀ। ਉਹਦੀ ਵਰਕਿੰਗ ਵਾਸਤੇ ਆ ਫਿਗਰ ਆ, ਜੇ ਫਾਰਵਰਡ ਬਾਇਸ ਦਾ ਸਰਕਟ ਡਾਇਗਰਾਮ ਹੋਵੇ ਤੇ ਪੀਐਨ ਡਾਇਓਡ ਇਸ ਵੇ ਨਾਲ ਸ਼ੋ ਆਫ ਕਰ ਲਾਂਗੇ। ਆ ਅਸੀਂ ਪੋਟੈਂਸ਼ੀਅਲ ਬੈਰੀਅਰ ਦੀ ਹਾਈਟ ਜਿਹੜੀ ਉਹ ਡਿਕਰੀਜ਼ ਕਰਦੀ ਦਿਖਾ ਰਹੇ ਆ। ਡਾਟਡ ਲਾਈਨ ਵਾਲੀ ਓਰੀਜਨਲ ਹਾਈਟ ਸੀਗੀ 0.7 ਵਾਲੀ, ਜਦੋਂ 20 ਵੋਲਟ ਦੀ ਐਕਸਟਰਨਲ ਸੋਰਸ ਤੋਂ ਸਪਲਾਈ ਦਿੱਤੀ ਤੇ ਬੈਰੀਅਰ ਦੀ ਹਾਈਟ ਆ ਸੋਲਿਡ ਲਾਈਨ ਵਾਲੀ ਜਿਹੜੀ VB - V ਰਹਿ ਗਈ। ਕਿ ਆ ਤਿੰਨ ਫਿਗਰ ਦੀ ਵੈਲਿਊ ਜੋ ਵੀ ਹੈਗਾ ਕਲੀਅਰ ਆ? Yes, sir. Yes, sir. ਜੋ ਬੋਲਦਾ ਪਿਆ ਉਹ ਇਹਦੇ ਅੰਦਰ ਹੈਗਾ, ਕੁਝ ਚੀਜ਼ ਰਹਿ ਗਈ ਉਹਦੀ ਗੱਲ ਹੁਣੀ ਜੋੜਾਂਗਾ ਜੇ ਮੈਂ। ਉਸ ਤੋਂ ਅੱਗੇ ਚੱਲੀਏ ਤੇ ਆਪਣੇ ਕੋਲ ਇਹਦੇ ਨਾਲ ਟੌਪਿਕ ਜਿਹੜਾ ਜੋੜਿਆ ਵਾ ਮੈਂ, ਉਹ ਹੈਗਾ ਫਾਰਵਰਡ ਕਰੈਕਟਰਿਸਟਿਕ, ਯਾਨੀ graph between current and voltage when diode is forward bias is called as a forward characteristic। और आ उन्हें ग्राफ मैंने शो ऑफ करता, ठीक है जी। ਇਹਦੇ ਵਿੱਚ ਆ ਨੀ ਵੋਲਟੇਜ ਦਾ ਪੁਆਇੰਟ ਅਸੀਂ ਐਕਸਪਲੇਨ ਕਰਦੇ ਪਏ, ਠੀਕ ਹੈ, ਤੇ ਉੱਪਰਲਾ ਹਿੱਸਾ ਮੇਰੇ ਕੋਲ ਲਾਰਜ ਗਰੋਥ ਆਫ ਕਰੰਟ ਵਾਲਾ ਪੋਰਸ਼ਨ ਆ ਗਿਆ। ਆਪਾਂ ਇਸ ਡਾਇਗਰਾਮ 'ਚ ਚੇਂਜ ਸਿਰਫ ਇਹ ਕੀਤੀ, ਡਾਇਓਡ ਦੇ ਅਕ੍ਰੋਸ ਵੋਲਟਮੀਟਰ ਤੇ ਐਮੀਟਰ ਦੋਨੋਂ ਲੱਗੇ। ਆ ਅਸੀਂ ਪੋਟੈਂਸ਼ੀਅਲ ਜਿਹੜਾ ਡਿਵਾਈਡਰ ਆ ਉਹ ਇਦਾਂ ਨਾ ਦਿਖਾ ਕੇ ਇਹਦੀ ਥਾਂ ਤੇ ਅਸੀਂ ਆ ਪੋਜ਼ਿਟਿਵ ਨੈਗੇਟਿਵ ਬੈਟਰੀ ਤੇ ਐਰੋ ਹੈਡ ਦਾ ਸਾਈਨ ਦਿਖਾਤਾ, ਜਿਨ੍ਹਾਂ ਵੇਰੀਏਬਲ ਅਸੀਂ ਵੋਲਟੇਜ ਸੋਰਸ ਦਿਖਾਣੇ ਪਏ। ਕਲੀਅਰ ਇਨੀ ਗੱਲ? Yes, sir. Yes, sir. Yes, sir. ਲਾਸਟ ਵਰਡ ਰਹਿ ਗਿਆ, ਠੀਕ ਹੈ, ਹੁਣ ਉਹ ਸਮਝਿਓ। ਉਹ ਕਹਿੰਦਾ ਜਦੋਂ ਆਪਾਂ ਇਹਨੂੰ ਬੈਟਰੀ ਲਾ ਕੇ ਇਸ ਡਿਵਾਈਸ ਨੂੰ ਵਰਤਦੇ ਪਏ ਆ, ਹੈਨਾ, ਤੇ ਮੰਨ ਲਓ ਤੁਸੀਂ ਸੈੱਲ ਪਾਏ, ਠੀਕ ਹੈ ਜੀ, ਸੈੱਲ ਪਾ ਕੇ ਤੁਸੀਂ ਆਪਣੇ ਰਿਮੋਟ ਚਲਾਣੇ ਪਏ, ਥੋੜੇ ਦਿਨਾਂ ਬਾਅਦ ਤੁਹਾਡਾ ਰਿਮੋਟ ਨਹੀਂ ਚੱਲਦਾ ਪਿਆ, ਠੀਕ ਹੈ, ਅਸੀਂ ਕੀ ਕਵਾਂਗੇ? ਸਭ ਤੋਂ ਪਹਿਲਾਂ ਕੀ ਚੈੱਕ ਕਰਾਂਗੇ? ਸੈੱਲ, ਹਨਾ। ਅਸੀਂ ਇਹ ਨਹੀਂ ਕਹਿੰਦੇ ਕਿ ਵੀ ਇਹ ਨਾ, ਉਹ ਕਹਿੰਦਾ ਰਿਮੋਟ ਨਹੀਂ ਚੱਲਦਾ ਖਰਾਬ ਹੋ ਗਿਆ, ਉਹ ਕਹਿੰਦਾ ਰਿਮੋਟ ਨਵਾਂ ਲੈ, ਉਹ ਕਹਿੰਦਾ ਪਹਿਲਾਂ ਸੈੱਲ ਤੇ ਬਦਲ ਕੇ ਦੇਖ ਲੈ, ਕੀ ਪਤਾ ਸੈੱਲ ਹੀ ਖਤਮ ਹੋ ਗਏ ਹੋ। ਮਤਲਬ ਕੀ ਗੱਲ ਕਰਨ ਲੱਗਿਆ? ਉਹ ਕਹਿੰਦਾ ਜੀ ਜਦੋਂ ਤੁਸੀਂ ਡਿਵਾਈਸ ਨੂੰ ਯੂਜ਼ ਕਰਦੇ ਹੋ, ਹੁਣ ਦਿਮਾਗ 'ਚ ਇਹ ਚੀਜ਼ ਇਦਾਂ ਆ ਜਾਂਦੀ ਕਿ ਵੀ ਜੇ ਇਹਦੇ ਵਿੱਚੋਂ ਇਲੈਕਟ੍ਰੋਨ ਜਿਹੜੇ ਉਹ ਫਲੋ ਕਰਕੇ ਪੀ ਰੀਜਨ 'ਚ ਆ ਗਏ, ਪੀ ਰੀਜਨ 'ਚੋਂ ਹੋਲ ਜਿਹੜੇ ਫਲੋ ਕਰਕੇ ਐਨ ਰੀਜਨ 'ਚ ਚਲੇ ਗਏ, ਉਹ ਕਹਿੰਦਾ ਇੱਕ ਸਟੇਜ ਇਦਾਂ ਦੀ ਆਊਗੀ ਕਿ ਵੀ ਇਹਨਾਂ ਮਟੀਰੀਅਲ ਦੇ ਅੰਦਰ ਮੇਰੇ ਕੋਲ ਇਲੈਕਟ੍ਰੋਨ ਹੋਲ ਜਿਹੜੇ ਆ ਉਹ ਸਾਰੇ ਖਤਮ ਹੋ ਜੂ। Yes, sir. ਇੱਕ ਸੈਕਿੰਡ, ਹਾਂਜੀ, ਇਹਦਾ ਮਤਲਬ ਇੱਕ ਲੈਵਲ ਤੋਂ ਬਾਅਦ ਜਾ ਕੇ ਮੈਨੂੰ ਇਹ ਲੱਗੇਗਾ ਕਿ ਵੀ ਇਧਰੋਂ ਸਾਰੇ ਇਲੈਕਟ੍ਰੋਨ ਤਾਂ ਫਲੋ ਕਰਕੇ ਇੱਧਰ ਚਲੇ ਗਏ, ਇਲੈਕਟ੍ਰੋਨ ਹੋਲ ਰੀਕੰਬੀਨੇਸ਼ਨ ਹੋਇਆ, ਖਤਮ ਹੋ ਗਏ, ਮਟੀਰੀਅਲ ਜਿਹੜਾ ਪੀਐਨ ਡਾਇਓਡ ਉਹ ਖਤਮ ਹੋ ਗਿਆ। ਕਹਿੰਦਾ ਨਹੀਂ, ਅਸੀਂ ਜਦੋਂ ਰਿਮੋਟ 'ਚ ਐਸਐਚ ਸੈੱਲ ਪਾ ਲਏ, ਹਨਾ, ਉਹ ਫਿਰ ਦੁਬਾਰਾ ਚੱਲ ਪਿਆ। ਤੇ ਜਿਹੜਾ ਪੁੱਤ ਬੇਸਿਕਲੀ ਉਹੀ ਗੱਲ ਕੱਲ ਵਾਲੀ ਫਿਰ ਕਰਾਂਗਾ, ਜਿਹੜਾ ਇਸ ਰਿਮੋਟ ਦੇ ਅੰਦਰ ਆ ਬਲਬ ਲੱਗਿਆ, ਐਲਈਡੀ ਲੱਗੀ, ਇਹਦੇ ਅੰਦਰ ਜਿਹੜਾ ਨਿੱਕਾ ਜਿਹਾ ਟਾਈਨੀ ਸਪੈਕ ਪੀਐਨ ਡਾਇਓਡ ਦਾ ਲੱਗਿਆ ਹੋਇਆ, ਅਸੀਂ ਉਹ ਨਹੀਂ ਕਦੀ ਬਦਲਦੇ।
ਤੇ ਇਹਦਾ ਮਤਲਬ ਕੀ ਆ, ਉਹਦੇ ਕੈਰੀਅਰ ਨਹੀਂ ਹੈਗੇ ਇਹ ਵਾਲੇ ਜਿਹੜੇ ਸਰਕਟ 'ਚ ਫਲੋ ਕਰਦੇ ਪਏ। ਉਹ ਕਹਿੰਦਾ ਫਿਰ ਕਿਹੜੇ ਉਹ ਕੈਰੀਅਰ ਆ ਜਿਹੜੇ ਇਲੈਕਟ੍ਰੋਨ ਹੋਲ ਬਣ ਕੇ ਸਰਕਟ 'ਚ ਫਲੋ ਕਰਦੇ ਆ, ਉਹਨੂੰ ਸਮਝਾਉਣ ਲਈ ਆਪਾਂ ਇਹਦੇ 'ਚ ਕਿੱਦਾਂ ਫਿਰ ਉਹਦੀ ਜਸਟੀਫਿਕੇਸ਼ਨ ਹੁਣ ਕਿੱਦਾਂ ਦੇ ਰਹੇ ਕਿ ਵੀ ਤੁਹਾਡਾ ਟਾਈਮ ਪਾ ਕੇ ਆ ਸੈੱਲ ਜਿਹੜੇ ਪਾਏ ਆ ਇਹ ਮੁੱਕਦੇ ਆ, ਠੀਕ ਹੈ ਜੀ, ਇਹਦੇ ਅੰਦਰ ਜਿਹੜੇ ਇਲੈਕਟ੍ਰੋਨ ਹੋਲ ਨੇ ਹਨਾ ਉਹ ਨਹੀਂ ਮੁੱਕਦੇ। ਉਹਨੂੰ ਆਪਾਂ ਇਦਾਂ ਜਸਟੀਫਾਈ ਕਰਾਂਗੇ। ਉਹ ਕਹਿੰਦਾ ਜੀ ਲੈਟ ਵੀ ਸੇ when one electron will flow from n region to p region, ਜਦੋਂ ਇੱਕ ਇਲੈਕਟ੍ਰੋਨ ਮੇਰੇ ਕੋਲ n ਤੋਂ p region ਵੱਲ ਗਿਆ ਹਨਾ, ਅਸੀਂ ਕਹਿੰਦੇ p region 'ਚ ਜਾ ਕੇ ਇੱਕ ਇਲੈਕਟ੍ਰੋਨ ਤੇ ਇੱਕ ਹੋਲ ਦਾ ਰੀਕੰਬੀਨੇਸ਼ਨ ਹੋ ਗਿਆ। ਮਤਲਬ ਇਲੈਕਟ੍ਰੋਨ ਜਦੋਂ ਇੱਧਰ ਫਲੋ ਕਰਕੇ ਆਇਆ ਹਨਾ, ਕ੍ਰਿਸਟਲ ਦੇ ਵਿੱਚ ਕਿਤੇ ਨਾ ਕਿਤੇ ਡੈਫੀਸ਼ੀਐਂਸੀ ਆਫ ਇਲੈਕਟ੍ਰੋਨ ਸੀਗੀ। ਆਹ ਗੱਲ ਦਿਮਾਗ 'ਚ ਲੈ ਆਓ ਜਿਹੜੀ ਆਪਾਂ ਪਿੱਛੇ ਪੜ੍ਹੀ ਆ ਕਿ ਵੀ ਕ੍ਰਿਸਟਲ ਲੈਟਿਸ ਦੇ ਅੰਦਰ ਇਥੋਂ ਮੰਨ ਲਓ ਆ n ਟਾਈਪ ਵਾਲੇ ਮਟੀਰੀਅਲ ਚੋਂ ਕੋਈ ਇਲੈਕਟ੍ਰੋਨ ਫ੍ਰੀ ਹੋਇਆ ਹਨਾ, ਇੱਥੇ ਮੇਰੇ ਕੋਲ ਐਲੂਮੀਨੀਅਮ ਦੀ ਇੱਕ ਵੈਕੈਂਸੀ ਪਈ ਸੀਗੀ, ਉਹਨੇ ਆ ਕੇ ਆ ਵੈਕੈਂਸੀ ਭਰ ਦਿੱਤੀ। ਇਹਦਾ ਮਤਲਬ ਇਲੈਕਟ੍ਰੋਨ ਹੋਲ ਦਾ ਰੀਕੰਬੀਨੇਸ਼ਨ ਹੋ ਗਿਆ। ਉਹ ਕਹਿੰਦਾ ਜਦੋਂ ਐਸਾ ਚ ਮੇਰੇ ਕੋਲ ਮਟੀਰੀਅਲ ਦੇ ਵਿੱਚ ਇਲੈਕਟ੍ਰੋਨ ਹੋਲ ਰੀਕੰਬੀਨੇਸ਼ਨ ਹੁੰਦਾ ਨਾ, ਤੇ ਉਸ ਮੂਮੈਂਟ ਤੇ ਆਪਾਂ ਉਹਦੀ ਜਸਟੀਫਿਕੇਸ਼ਨ ਕਿੱਦਾਂ ਬਣਾਉਂਦੇ। ਉਹ ਕਹਿੰਦਾ ਜੀ as soon as one electron will move from n region, ਥੋੜਾ ਦਿਮਾਗ ਲਾ ਕੇ ਸਮਝ ਲਿਓ ਅਟੈਂਟਿਵ ਹੋ ਕੇ, ਜਦੋਂ ਇਸ ਰੀਜਨ ਚੋਂ ਇੱਕ ਇਲੈਕਟ੍ਰੋਨ ਫਲੋ ਕਰਕੇ ਇਸ ਰੀਜਨ ਦੇ ਅੰਦਰ ਇੱਕ ਹੋਲ ਦੇ ਨਾਲ ਰੀਕੰਬਾਈਨ ਕਰਦਾ ਤੇ ਮੇਰਾ ਇੱਕ ਇਲੈਕਟ੍ਰੋਨ ਤੇ ਇੱਕ ਹੋਲ ਦਾ ਪੇਅਰ ਜਿਹੜਾ ਵਾ ਉਹ ਖਤਮ ਹੋ ਗਿਆ। ਤੇ ਮੈਨੂੰ ਲੱਗਦਾ ਕਿ ਵੀ ਸਰਕਟ ਦੇ ਅੰਦਰ ਇੱਕ ਇਲੈਕਟ੍ਰੋਨ ਤੇ ਇੱਕ ਹੋਲ ਘਟ ਗਿਆ। ਉਹ ਕਹਿੰਦਾ ਨਹੀਂ ਘਟਿਆ, ਕੁਝ ਵੀ ਨਹੀਂ ਘਟਿਆ। ਬੇਸਿਕਲੀ ਕੀ ਹੋਇਆ, ਅਸੀਂ ਉਹਨੂੰ ਇਦਾਂ ਐਕਸਪਲੇਨ ਕਰਦੇ ਐਟ ਦ ਸੇਮ ਟਾਈਮ ਜਦੋਂ ਇੱਕ ਇਲੈਕਟ੍ਰੋਨ ਹੋਲ ਦਾ ਰੀਕੰਬੀਨੇਸ਼ਨ ਹੁੰਦਾ, ਵਨ ਕੋਵਲੈਂਟ ਬੌਂਡ ਇਜ਼ ਬ੍ਰੋਕਨ ਨੀਅਰ ਦਾ ਕਹਿੰਦਾ ਜੀ ਪੀ ਰੀਜਨ। ਅਸੀਂ ਇਹਨੂੰ ਐਕਸਪਲੇਨ ਇਦਾਂ ਕਰਦੇ ਹਾਂ ਕਿ ਜਿੱਦਾਂ ਹੀ ਇੱਕ ਇਲੈਕਟ੍ਰੋਨ ਤੇ ਹੋਲ ਦਾ ਰੀਕੰਬੀਨੇਸ਼ਨ ਹੋਇਆ, ਠੀਕ ਹੈ, ਐਸ ਸੱਚ ਇਸ ਮੂਵਮੈਂਟ ਤੇ ਇੱਕ ਕੋਵਲੈਂਟ ਬੌਂਡ ਜਿਹੜਾ ਉਹ ਕ੍ਰਿਸਟਲ ਦਾ ਟੁੱਟ ਜਾਂਦਾ। ਜਿੱਦਾਂ ਹੀ ਕੋਵਲੈਂਟ ਬੌਂਡ ਟੁੱਟਦਾ, ਉਹ ਇੱਕ ਇਲੈਕਟ੍ਰੋਨ ਤੇ ਇੱਕ ਹੋਲ ਕ੍ਰੀਏਟ ਕਰੂ। ਆਹੀ ਗੱਲ ਫੇਰ ਪਿੱਛੇ ਨੂੰ ਵਾਪਸ ਚੱਲਦਾ ਕਿ ਵੀ ਜਦੋਂ ਇੱਥੋਂ ਇੱਕ ਬੌਂਡ ਕੋਈ ਟੁੱਟਿਆ ਹਨਾ, ਮੰਨ ਲਓ ਇੱਥੇ ਇੱਕ ਬੌਂਡ ਆ ਵਾਲਾ ਟੁੱਟਿਆ ਤੇ ਇਸ ਬੌਂਡ ਦੇ ਟੁੱਟਣ ਨਾਲ ਇੱਕ ਇਲੈਕਟ੍ਰੋਨ ਰਿਲੀਜ਼ ਹੋਇਆ ਤੇ ਇੱਕ ਹੋਲ ਬਣ ਗਿਆ। ਅਸੀਂ ਉਹਨੂੰ ਇਹ ਐਕਸਪਲੇਨ ਕਰਦੇ ਪਏ ਕਿ ਜਿਹੜਾ ਇਲੈਕਟ੍ਰੋਨ ਤੇ ਇੱਕ ਹੋਲ ਬਣਿਆ ਨਾ, ਉਸ ਇਲੈਕਟ੍ਰੋਨ ਨੂੰ ਬੈਟਰੀ ਦੇ ਨੈਗੇਟਿਵ ਨੇ ਬੈਟਰੀ ਦੇ ਪੋਜ਼ਿਟਿਵ ਨੇ ਆਪਣੇ ਵੱਲ ਅਟਰੈਕਟ ਕਰ ਲਿਆ, ਠੀਕ ਹੈ, ਔਰ ਜਿਹੜਾ ਹੋਲ ਹੈਗਾ ਉਹ ਤੁਹਾਡਾ ਸਰਕਟ 'ਚ ਆ ਗਿਆ। ਇਹਦਾ ਮਤਲਬ ਇਹ ਹੋਇਆ ਇੱਕ ਤਰ੍ਹਾਂ ਜਿਹੜਾ ਮੇਰਾ ਇੱਥੇ ਹੋਲ ਖਤਮ ਹੋਇਆ ਸੀ, ਇਹਨੂੰ ਹੋਲ ਇਹਦਾ ਵਾਪਸ ਮਿਲ ਗਿਆ। ਪਰ ਐਟ ਦਾ ਸੇਮ ਟਾਈਮ ਇਸ ਬੈਟਰੀ ਦੇ ਪੋਜ਼ਿਟਿਵ ਕੋ ਇੱਕ ਐਕਸਟਰਾ ਇਲੈਕਟ੍ਰੋਨ ਪਹੁੰਚ ਗਿਆ, ਤੇ ਜਿੱਦਾਂ ਹੀ ਇਹਦੇ ਕੋਲ ਇੱਕ ਇਲੈਕਟ੍ਰੋਨ ਪਹੁੰਚਿਆ, ਬੈਟਰੀ ਦੇ ਨੈਗੇਟਿਵ ਨੇ ਇੱਕ ਇਲੈਕਟ੍ਰੋਨ ਇਮੀਡੀਏਟਲੀ ਕਹਿੰਦਾ ਜੀ ਐਸ ਸੱਚ ਇਸ n ਟਾਈਪ ਰੀਜਨ ਨੂੰ ਦੇਤਾ। ਤੇ ਜਦੋਂ ਇਹਨੇ ਇਸ ਨੂੰ ਇੱਕ ਇਲੈਕਟ੍ਰੋਨ ਦੇਤਾ ਹਨਾ, ਤੇ ਇਹਦਾ ਇਲੈਕਟ੍ਰੋਨ ਜਿਹੜਾ ਘਟਿਆ ਸੀ ਇਹਦਾ ਵਾਪਸ ਇਲੈਕਟ੍ਰੋਨ ਪੂਰਾ ਹੋ ਗਿਆ। ਉਹ ਕਹਿੰਦਾ ਫਿਰ ਇਸ ਪੂਰੇ ਸਰਕਲ ਦੇ ਵਿੱਚ ਖਤਮ ਕਿਹੜੀ ਚੀਜ਼ ਹੋਈ। ਤਾਂ ਅਸੀਂ ਕਹਿੰਦੇ ਇਹਨੂੰ ਇਦਾਂ ਸੋਚ ਲਓ ਕਿ ਵੀ ਬੈਟਰੀ ਦੇ ਨੈਗੇਟਿਵ ਤੋਂ ਇੱਕ ਇਲੈਕਟ੍ਰੋਨ ਤੁਰਿਆ, ਠੀਕ ਹੈ ਜੀ, ਉਹ ਇਲੈਕਟ੍ਰੋਨ ਤੁਰ ਕੇ ਇਹ 'ਚ ਪਹੁੰਚਿਆ, ਇਹਨੇ ਇੱਕ ਇਲੈਕਟ੍ਰੋਨ ਅੱਗੇ ਭੇਜਿਆ, ਠੀਕ ਹੈ, ਉਹ ਇਹਦੇ ਹੋਲ ਦੇ ਨਾਲ ਕੰਬਾਈਨ ਕਰ ਗਿਆ, ਤੇ ਕੰਬਾਈਨ ਕਰਦੇ ਸਾਰੀ ਇੱਕ ਕੋਵਲੈਂਟ ਬੌਂਡ ਟੁੱਟਿਆ, ਉਹਦੇ ਨਾਲ ਇੱਕ ਇਲੈਕਟ੍ਰੋਨ ਤੇ ਇੱਕ ਹੋਲ ਬਣਿਆ। ਜਿਹੜਾ ਇਲੈਕਟ੍ਰੋਨ ਬਣਿਆ ਉਹ ਬੈਟਰੀ ਦੇ ਪੋਜ਼ਿਟਿਵ ਨੇ ਖਿੱਚ ਲਿਆ। ਇਹਦਾ ਮਤਲਬ ਇੱਕ ਤਰ੍ਹਾਂ ਬੈਟਰੀ ਦੇ ਨੈਗੇਟਿਵ ਤੋਂ ਇੱਕ ਇਲੈਕਟ੍ਰੋਨ ਚੱਲ ਕੇ ਸਰਕਟ 'ਚੋਂ ਹੁੰਦਾ ਹੋਇਆ ਉਹ ਬੈਟਰੀ ਦੇ ਪੋਜ਼ਿਟਿਵ ਕੋ ਪਹੁੰਚ ਗਿਆ। Yes, sir. Yes, sir. ਤੇ ਜਦੋਂ ਬੈਟਰੀ ਦੇ ਨੈਗੇਟਿਵ ਤੋਂ ਇੱਕ ਇਲੈਕਟ੍ਰੋਨ ਚੱਲ ਕੇ ਬੈਟਰੀ ਦੇ ਪੋਜ਼ਿਟਿਵ ਕੋ ਪਹੁੰਚਿਆ, ਤੇ ਆਪਾਂ ਜਦੋਂ ਹੁਣ ਆਹ ਦਿਖਾਈਏ ਜਿਹੜਾ ਆਪਾਂ ਇੱਥੇ ਬੈਟਰੀ ਜਾਂ ਸੈੱਲ ਜਿਹਨੂੰ ਕਹਿੰਦੇ ਪਏ, ਉਹ ਕਹਿੰਦਾ ਜੀ ਇਹਨੂੰ ਆਪਾਂ ਜੇ ਇਹਦਾ ਸਰਕਟ ਉਦਾਂ ਦਿਖਾਈਏ, ਆਹ ਇਲੈਕਟ੍ਰੋਲਾਈਟ ਹੁੰਦਾ, ਇੱਕ ਮੰਨ ਲਓ ਮੇਰੀ ਕਾਪਰ ਇਲੈਕਟ੍ਰੋਡ ਹੋ ਗਈ, ਇੱਕ ਮੇਰੀ ਜ਼ਿੰਕ ਇਲੈਕਟ੍ਰੋਡ ਹੋ ਗਈ, ਇੱਕ ਮੇਰੀ ਪੋਜ਼ਿਟਿਵ ਇਲੈਕਟ੍ਰੋਡ ਆ, ਇੱਕ ਮੇਰੀ ਨੈਗੇਟਿਵ ਆ, ਠੀਕ ਹੈ, ਇਹਨੂੰ ਮੈਂ ਇੱਕ ਬਲਬ ਨਾਲ ਜੋੜਿਆ ਹੋਇਆ। ਤੇ ਹੁੰਦਾ ਕੀ ਆ, ਤੁਸੀਂ ਜਦੋਂ ਕਹਿੰਦੇ ਬਲਬ ਜਗਦਾ ਪਿਆ, ਤੇ ਬੇਸਿਕਲੀ ਅਸੀਂ ਕਹਿੰਦੇ ਜੀ ਇਸ ਇਲੈਕਟ੍ਰੋਡ ਤੋਂ ਇਲੈਕਟ੍ਰੋਨ ਫਲੋ ਕਰਕੇ ਇਸ ਇਲੈਕਟ੍ਰੋਡ ਦੇ ਪੋਜ਼ਿਟਿਵ ਚਾਰਜ ਨਾਲ ਨਿਊਟਰਲਾਈਜ਼ ਹੁੰਦੇ ਜਾ ਰਹੇ। ਜੇ ਇਹ 'ਚ 10 ਪੋਜ਼ਿਟਿਵ ਚਾਰਜ ਸੀਗਾ, ਇਹ 'ਚ 10 ਨੈਗੇਟਿਵ। ਉਹ ਤੇ ਸਾਰੀਆਂ ਚੀਜ਼ਾਂ ਤੁਹਾਡੇ ਸਮਝਣ ਵਾਲੀਆਂ, ਠੀਕ ਹੈ, ਤੁਹਾਨੂੰ ਫਿਰ ਕਨਸੈਪਟ ਕਲੀਅਰ ਹੋ ਜਾਏਗਾ। ਇੱਕ ਇਲੈਕਟ੍ਰੋਨ ਜਦੋਂ ਇਧਰੋਂ ਨੈਗੇਟਿਵ ਤੋਂ ਚੱਲਿਆ, ਇੱਕ ਮਿੰਟ ਰੁਕਿਓ, ਮੈਨੂੰ ਲੱਗਦਾ ਕੋਈ ਪ੍ਰੋਬਲਮ। ਜਿਹੜਾ ਇੱਥੇ ਮੇਰੇ ਕੋਲ ਪਹਿਲੋਂ ਪੋਟੈਂਸ਼ੀਅਲ ਡਿਫਰੈਂਸ 10 ਪੋਜ਼ਿਟਿਵ 10 ਨੈਗੇਟਿਵ ਕਰਕੇ 20 ਦਾ ਬਣਿਆ ਸੀ ਪੋਟੈਂਸ਼ੀਅਲ ਡਿਫਰੈਂਸ, ਉਹ ਇੱਕ ਇਲੈਕਟ੍ਰੋਨ ਦੇ ਫਲੋ ਕਰਨ ਤੋਂ ਬਾਅਦ ਉਹ ਪੋਟੈਂਸ਼ੀਅਲ ਦਾ ਡਿਫਰੈਂਸ 18 ਦਾ ਰਹਿ ਗਿਆ, 9 ਪੋਜ਼ਿਟਿਵ 9 ਨੈਗੇਟਿਵ ਦਾ ਰਹਿ ਜੂ।
Yes, sir. Yes, sir. ਹੌਲੀ ਇਹਦਾ ਮਤਲਬ ਜਿੱਦਾਂ ਜਿੱਦਾਂ ਇਲੈਕਟ੍ਰੋਨ ਇਧਰੋਂ ਫਲੋ ਕਰਕੇ ਇਸ ਪੋਜ਼ਿਟਿਵ ਨਾਲ ਨਿਊਟਰਲਾਈਜ਼ ਹੁੰਦੇ ਜਾਊਗੇ, ਇਸ ਪੂਰੇ ਪ੍ਰੋਸੈਸ ਦੇ ਅੰਦਰ ਆ ਸੈੱਲ ਜਾਂ ਬੈਟਰੀ ਦਾ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਆ ਇਹ ਡਿਕਰੀਜ਼ ਕਰਦਾ ਜਾਊਗਾ, Yes, sir. sir. ਹਨਾ। ਇਹੀ ਚੀਜ਼ ਆਪਾਂ ਇੱਥੇ ਲਾਸਟ ਵੀ ਕਹਿ ਰਹੇ ਬੇਟਾ, ਇਹ ਮਤਲਬ ਜਦੋਂ ਇਲੈਕਟ੍ਰੋਨ 네ਗੇਟਿਵ ਟਰਮੀਨਲ ਤੋਂ ਚੱਲ ਕੇ ਇਸ ਸਰਕਟ ਚੋਂ ਹੁੰਦੇ ਹੋਏ ਪੋਜ਼ਿਟਿਵ ਨਾਲ ਨਿਊਟਰਲਾਈਜ਼ ਹੋ ਗਿਆ, ਤੇ ਇਸ ਪੂਰੇ ਪ੍ਰੋਸੈਸ ਦੇ ਅੰਦਰ ਇਸ ਪੀਐਨ ਡਾਇਓਡ ਦਾ ਕੋਈ ਵੀ ਕੈਰੀਅਰ ਨਹੀਂ ਮੇਰੇ ਕੋਲ ਡਿਕਰੀਜ਼ ਹੁੰਦਾ ਪਿਆ, ਤੇ ਬੇਸਿਕਲੀ ਇਸ ਬੈਟਰੀ ਦੇ 네ਗੇਟਿਵ ਤੇ ਪੋਜ਼ਿਟਿਵ ਪਲੇਟ ਦਾ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਉਹ ਟਾਈਮ ਦੇ ਨਾਲ ਘਟਦਾ ਜਾਏਗਾ। Yes, sir. ਇਹਦਾ Yes, ਮਤਲਬ ਇੱਕ ਸਟੇਜ ਤੋਂ ਬਾਅਦ ਜਾ ਕੇ ਜੇ ਮੈਨੂੰ ਰਿਪਲੇਸ ਕਰਨਾ ਪਏਗਾ ਤੇ ਆ ਮੈਨੂੰ ਬੈਟਰੀ ਰਿਪਲੇਸ ਕਰਨੀ ਪਏਗੀ, ਕਿਸੇ ਵੀ ਮੂਮੈਂਟ ਤੇ ਮੇਰਾ ਆ ਪੀਐਨ ਡਿਵਾਈਸ ਜਿਹੜਾ ਵਾ ਪੀਐਨ ਡਾਇਓਡ ਜਿਹੜਾ ਇਹ ਰਿਪਲੇਸ ਕਹਿੰਦਾ ਜੀ ਨਹੀਂ ਹੁੰਦਾ। ਇਸ ਵੇ ਨਾ ਅਸੀਂ ਇਹਨੂੰ ਜਸਟੀਫਾਈ ਕਰ ਦਿੰਦੇ ਕਿ ਤੁਹਾਡੇ ਸਰਕਟ ਦੇ ਅੰਦਰ ਕੈਰੀਅਰ ਵੀ ਪੂਰੇ ਆ, ਠੀਕ ਹੈ, ਤੇ ਪੂਰੇ ਪ੍ਰੋਸੈਸ ਦੇ ਅੰਦਰ ਤੁਹਾਡੇ ਕੋਲ ਬੈਟਰੀ ਦਾ ਪੋਟੈਂਸ਼ੀਅਲ ਜਿਹੜਾ ਦੈਟ ਵਿਲ ਗੋਇੰਗ ਔਨ ਡਿਕਰੀਜ਼ਿੰਗ, ਠੀਕ ਹੈ, ਔਰ ਇਹਦੇ ਕੋਰਸਪੋਂਡਿੰਗ ਸਰਕਟ 'ਚ ਜਿਹੜਾ ਫਿਰ ਮੇਰੇ ਕੋਲ ਕਰੰਟ ਤੇ ਵੋਲਟੇਜ ਆ ਉਹਦਾ ਗ੍ਰਾਫ ਅਸੀਂ ਐਕਸਪਲੇਨ ਕਰ ਦਿੱਤਾ ਕੁਝ ਇਸ ਵੇ ਨਾ ਆਪਣੀ ਫਾਰਵਰਡ ਬਾਇਸ ਕਰੈਕਟਰਿਸਟਿਕ ਦੀ ਫਾਰਮ 'ਚ ਕਹਿੰਦਾ ਜੀ ਪਲਾਟ ਹੋ ਜਾਂਦਾ। ਕਿਆ ਆ ਕਲੀਅਰ ਆ? Yes, sir. Yes, sir. Yes, sir. Yes, sir. ਆਪਾਂ ਜਿਹੜਾ ਟੌਪਿਕ ਪੜਿਆ, ਠੀਕ ਹੈ ਜੀ, ਇੱਕ ਤਰ੍ਹਾਂ ਛੋਟਾ ਜਿਹਾ ਟੌਪਿਕ ਆ ਬੇਟਾ, ਫਾਰਵਰਡ ਬਾਇਸਿੰਗ ਤੇ ਫਾਰਵਰਡ ਕਰੈਕਟਰਿਸਟਿਕ, ਇੰਨੀ ਚੀਜ਼ ਆਪਾਂ ਸਿਰਫ ਪੜ੍ਹੀ ਆ, ਠੀਕ ਹੈ। ਇਹਨੇ ਟਾਈਮ ਨਾਲ ਅਸੀਂ ਰਿਵਰਸ ਬਾਇਸਿੰਗ ਹੁਣ ਥੋੜੀ ਜਿਹੀ ਜਲਦੀ ਹੋ ਜਾਏਗੀ। ਕਿਆ ਇੰਨਾ ਸਮਝ ਲੱਗਿਆ ਫਾਰਵਰਡ ਬਾਇਸਿੰਗ ਵਾਲਾ? Yes, sir. Yes, sir. Sir. Yes, sir.